लेकिन अज इस लाइन में इस चैप्टर में मैं तुहाडे मन चों उतार देना चाहुंदा। ये बहुत एक खास चैप्टर आ बाइबल का और फैमिलियां उत्ते आ, फैमिली उत्ते खास करके आ जिहड़ा चैप्टर आ ते आत्मिक लेवल का जिहड़ा असीं फास्टिंग प्रे करदे ने उहदे उत्ते कहानी है सारी। पढ़िए हुण की लिखिया। हाँ ਤਾਂ ਇਉਂ होया कि इन्हां गल्लां दे पिछों हाँ नाबोत ही इजराइली दे कोल अंगूरां दा बाग सी ਜਿਹੜਾ एक इजराइल नबोत इसराइली ਉਹਦੇ ਕੋਲ ਇੱਕ ਅੰਗੂਰਾਂ ਦਾ ਕੀ ਆ ਬਾਗ ਆ, ਅੰਗੂਰਾਂ ਦਾ ਬਗੀਚਾ ਆ। ਔਰ ਫਿਰ ਜਿਹੜਾ ਇਜ਼ਰਾਈਲ ਵਿੱਚ ਅਤੇ ਸਾਮਰਿਆ ਦੇ ਪਾਤਸ਼ਾਹ ਅਹਾਬ ਦੇ ਮਹਿਲ ਦੇ ਨਾਲ ਲਗਵਾ ਸੀ। ਇਹ ਜਿਹੜਾ ਰਾਜਾ ਅਹਾਬ ਆ ਇਹ ਵੀ ਇਹਦੇ ਬਾਰੇ ਅਗਰ ਪੜੋਗੇ ਅਹਾਬ ਰਾਜਾ ਬਾਰੇ ਤੇ ਇਹਨੇ ਵੀ ਪਰਮੇਸ਼ਰ ਦੇ ਖਿਲਾਫ ਕਈ ਕੰਮ ਕੀਤੇ ਨੇ। ਇਹਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਅਹਾਬ ਕੌਣ ਸੀ। ਇਹਦੇ ਬਾਰੇ ਸਾਨੂੰ ਨੌਲੇਜ ਹੋਣੀ ਚਾਹੀਦੀ ਕਿ ਅਹਾਬ ਕੌਣ ਆ। और ਕੀ ਲਿਖਿਆ ਪੜੀਏ। ਅਹਾਬ ਨਬੋਤ ਨੂੰ ਬੋਲਿਆ ਕਿ ਅਹਾਬ ਰਾਜਾ ਨਬੋਤ ਨੂੰ ਬੋਲਿਆ ਕਿ ਆਪਣਾ ਅੰਗੂਰੀ ਬਾਗ ਮੈਨੂੰ ਦੇ ਦੇ ਤੇ ਇਹ ਮੇਰੇ ਲਈ ਇੱਕ ਸਬਜ਼ੀ ਦਾ ਬਾਗ ਹੋਵੇ। ਇਹ ਡਿਮਾਂਡ ਕੀਤੀ ਆ ਕਿ ਅੰਗੂਰੀ ਬਾਗ ਮੈਨੂੰ ਦੇ ਤੇ ਮੇਰੇ ਲਈ ਇੱਕ ਕਿਹੜਾ ਬਾਗ ਹੋਵੇ, ਸਬਜ਼ੀ ਦਾ ਬਾਗ ਹੋਵੇ। ਔਰ ਫਿਰ ਕਿਉਂ ਜੋ ਉਹ ਮੇਰੇ ਘਰ ਦੇ ਨਾਲ ਲਗਵਾ ਹੈ। ਇਹਨੂੰ ਹੁਣ ਖਿਆਲ ਨਾਲ ਸੁਣੀਏ ਗੱਲ ਨੂੰ। ਇਹ ਮੇਰੇ ਘਰ ਦੇ ਕੀ ਆ ਨਾਲ ਲੱਗਦਾ, ਇੱਕ ਘਰ ਮੇਰੇ ਨਾਲ ਦਾ, ਇਹ ਮੈਨੂੰ ਦੇ ਦੇ। ਇਹ ਜਿਹੜੀ ਗੱਲ ਆ ਇਹਨੂੰ ਧਿਆਨ ਰੱਖਣਾ। ਇਹ ਕਹਿੰਦਾ ਬਾਗ ਮੈਨੂੰ ਦੇ ਦੇ। ਉਹਨੇ ਕੀ ਕਿਹਾ? ਅਤੇ ਮੈਂ ਤੈਨੂੰ ਉਹਦੇ ਥਾਂ ਇੱਕ ਚੰਗਾ ਅੰਗੂਰੀ ਬਾਗ ਦੇ ਦਿਆਂਗਾ। ਮੈਂ ਤੈਨੂੰ ਇੱਕ ਚੰਗਾ ਅੰਗੂਰੀ ਬਾਗ ਦੇ ਦਿਆਂਗਾ। ਔਰ ਫਿਰ ਅਤੇ ਜੇ ਤੇਰੀ ਨਿਗਾਹ ਵਿੱਚ ਚੰਗਾ ਲੱਗੇ ਤਾਂ ਮੈਂ ਤੈਨੂੰ ਉਹਦੇ ਲਈ ਚਾਂਦੀ ਦਿਆਂਗਾ, ਬਾਗ ਵੀ ਦਊਂਗਾ ਤੇ ਤੈਨੂੰ ਜ਼ਿਆਦਾ ਦਊਂਗਾ। ਇਹ ਮੇਰੇ ਨਾਲ ਘਰ ਦੇ ਲੱਗਦਾ ਆ, ਇਹ ਮੇਰੇ ਖੇਤਾਂ ਨਾਲ ਜੁੜਿਆ, ਤੇਰਾ ਖੇਤ, ਇਹ ਮੈਨੂੰ ਦੇ ਦੇ। ਔਰ ਫਿਰ ਤਾਂ ਨਬੋਤ ਨੇ ਅਹਾਬ ਨੂੰ ਆਖਿਆ ਕਿ ਯਹੋਵਾ ਕਿ ਪਰਮੇਸ਼ਵਰ ਇਹ ਮੇਥੋਂ ਦੂਰ ਰੱਖੇ, ਇਹ ਗੱਲਾਂ ਮੇਰੇ ਤੋਂ ਦੂਰ ਰੱਖੇ ਕਿ ਮੈਂ ਆਪਣੇ ਪਿਓ ਦਾਦਿਆਂ ਦੀ ਮਿਰਾਸ ਨੂੰ ਤੁਹਾਨੂੰ ਦੇਵਾਂ। ਦਵਾਂ। ਤਾਂ ਅਹਾਬ ਆਪਣੇ ਘਰ ਨੂੰ ਗਿਆ। ਕੀ ਲਿਖਿਆ? ਉਹ ਉਸ ਗੱਲ ਤੋਂ ਗੁੱਸੇ ਵਿੱਚ ਵਟਿਆ ਕੁੱਟਿਆ ਹੋਇਆ ਸੀ ਜੋ ਇਜ਼ਰਾਈਲੀ। ਇਹ ਜਿਹੜੇ ਉਹਨੇ ਜਵਾਬ ਦੇ ਦਿੱਤਾ, ਇਹ ਆਦਮੀ ਕੀ ਆ? ਵਟਿਆ ਤੇ ਕੁੱਟਿਆ। ਜੋ ਇਜ਼ਰਾਈਲੀ ਨਬੋਤ ਨੇ ਉਹਨੂੰ ਆਖੀ ਸੀ, ਜਿਹੜੀ ਗੱਲ ਨਬੋਤ ਨੇ ਆਖੀ ਸੀ, ਉਹਦੇ ਕਰਕੇ ਉਹਦਾ ਮਨ ਉਦਾਸ ਸੀ ਕਿ ਮੈਂ ਜਗ੍ਹਾ ਨਹੀਂ ਦੇਣੀ। ਔਰ ਫਿਰ ਮੈਂ ਤੁਹਾਨੂੰ ਆਪਣੇ ਪਿਓ ਦਾਦਿਆਂ ਦੀ ਮਿਰਾਸ ਨਹੀਂ ਦਿਆਂਗਾ। ਬੜੀ ਆਕੜ ਇਹਦੇ ਚ, ਮੈਂ ਆਪਣੇ ਪਿਓ ਦਾਦਿਆਂ ਦੀ ਮਿਰਾਸ ਨਹੀਂ ਦਊਂਗਾ। ਇਹ ਅਣਖਣਾ ਜੀ ਰਿਹਾ ਆਪਣੇ ਓਲਡ ਟੈਸਟਾਮੈਂਟ ਦੇ ਅੰਦਰ। ਔਰ ਫਿਰ ਉਹ ਆਪਣੇ ਪਲੰਗ ਉੱਤੇ ਆ ਪਿਆ ਅਤੇ ਮੂੰਹ ਵੱਟ ਛੱਡਿਆ ਔਰ ਰੋਟੀ ਨਾ ਖਾਧੀ। ਮੂੰਹ ਵੱਟ ਛੱਡਿਆ ਅਤੇ ਰੋਟੀ ਨਾ ਖਾਧੀ। ਔਰ ਤਾਂ ਉਹਦੀ ਰਾਣੀ ਈਜ਼ਬਲ ਉਹਦੇ ਕੋਲ ਆਈ ਅਤੇ ਉਹਨੂੰ ਬੋਲੀ, ਤੇਰੀ ਰੂਹ ਕਿਉਂ ਉਦਾਸੀ ਵਿੱਚ ਹੈ ਜੋ ਤੈਂ ਰੋਟੀ ਨਹੀਂ ਖਾਧੀ। ਇਹ ਆਪਣੀ ਦੀ ਵਾਈਫ ਦੇਖੀ ਕਿੰਨੀ, ਇਹਦੀ ਵਾਈਫ ਕੀ ਕਹਿੰਦੀ, ਤੂੰ ਰੋਟੀ ਕਿਉਂ ਨਹੀਂ ਖਾਧੀ, ਤੇਰਾ ਮਨ ਉਦਾਸ ਕਿਉਂ ਆ, ਨਿਰਾਸ਼ਾ 'ਚ ਕਿਉਂ ਪਏ ਹੋ। ਹੁਣ ਮੈਂ ਤੁਹਾਨੂੰ ਦੱਸਣ ਲੱਗਾ ਬਹੁਤੀਆਂ ਲੇਡੀ ਡਿਪਾਰਟਮੈਂਟ ਦੀਆਂ ਖਬਰਾਂ ਕੋ ਮੈਂ ਤਾਂ ਇਹ 'ਚੋਂ ਨਿਕਲ ਕੇ ਆਇਆ 30 ਸਾਲ ਪਹਿਲਾਂ, ਮੈਂ ਦੇਖਿਆ ਆ। ਤੇ 30 ਸਾਲ ਦੇ ਵਿੱਚ ਜਿਹੜਾ ਟੱਕਰਾ ਮੇਰਾ ਫੈਮਲੀਆਂ ਦੇ ਨਾਲ ਉਹ ਵੀ ਮੈਂ ਦੇਖਿਆ। ਔਰ ਪੜੋ ਕੀ ਲਿਖਿਆ। ਉਹ ਉਸ ਨੂੰ ਬੋਲਿਆ ਕਿ ਮੈਂ ਇਜ਼ਰਾਈਲੀ ਨਬੋਤ ਨਾਲ ਗੱਲ ਕੀਤੀ ਅਤੇ ਮੈਂ ਉਸ ਨੂੰ ਆਖਿਆ ਸੀ, ਭਈ ਤੂੰ ਆਪਣਾ ਅੰਗੂਰੀ ਬਾਗ ਮੈਨੂੰ ਚਾਂਦੀ ਲੈ ਕੇ ਦੇ ਦੇ। ਇਹ ਕਹਿੰਦਾ ਮੈਂ ਉਹਨੂੰ ਗੱਲ ਕੀਤੀ ਆ ਆਪਣੇ ਪੜੋਸੀ ਨਾਲ ਕਿ ਮੈਨੂੰ ਇਹ ਬਾਗ ਚਾਹੀਦਾ ਤੇਰਾ। ਔਰ ਅਤੇ ਜਾਂ ਜੇ ਤੈਨੂੰ ਪਸੰਦ ਹੋਵੇ ਤਾਂ ਮੈਂ ਤੈਨੂੰ ਉਹਦੇ ਥਾਂ ਇੱਕ ਹੋਰ ਅੰਗੂਰੀ ਬਾਗ ਦੇ ਦਿੰਦਾ ਹਾਂ। ਮੈਨੂੰ ਇਹ ਵੀ ਕਿਹਾ ਕਿ ਤੈਨੂੰ ਉਹਦੇ ਦੁਆਰਾ ਉਹਨਾਂ ਇੱਕ ਜਗ੍ਹਾ ਹੋਰ ਮੈਂ ਤੈਨੂੰ ਦੇ ਦੂੰਗਾ। ਪਰ ਉਹਨੇ ਆਖਿਆ ਮੈਂ ਤੁਹਾਨੂੰ ਆਪਣਾ ਅੰਗੂਰੀ ਬਾਗ ਨਹੀਂ ਦਿਆਂਗਾ। ਮੈਂ ਤੈਨੂੰ ਆਪਣਾ ਅੰਗੂਰੀ ਬਾਗ ਨਹੀਂ ਦੇ ਸਕਦਾ। ਇਸੇ ਰੀਤੀ ਨਾਲ ਜਿਹੜਾ ਇਹ ਬਾਗ ਆ ਸਾਡਾ ਯਿਸੂ ਮਸੀਹ ਦਾ, ਯਿਸੂ ਮਸੀਹ ਨੇ ਵੀ ਕਿਹਾ ਨਾ, ਅਸੀਂ ਜਿਹੜਾ ਉਹਦਾ ਬਾਗ ਆ ਜਿਹੜਾ ਉਹਨੇ ਲਾਇਆ ਮਸੀਹ ਵਿੱਚ, ਸ਼ੈਤਾਨ ਮੰਗਦਾ ਕਲੀਸਿਆ ਨੂੰ, ਉਹਦੇ ਬਾਗ ਨੂੰ, ਕਿ ਮੈਨੂੰ ਦੇ ਦਿਓ।
तो यसु मसीह कभी भी अपना बाग नहीं देगा। शैतान भी मंगता है कि वो कलीसिया का बाग आ ਉਹਦੇ ਵਿੱਚ ਉਹਨੂੰ ਲੋਕਾਂ ਨੂੰ ਕੱਟਣਾ ਚਾਹੁੰਦਾ, ਖਿੱਚਣਾ ਚਾਹੁੰਦਾ ਸ਼ੈਤਾਨ, ਪਰ ਯਿਸੂ ਮਸੀਹ ਕਦੀ ਵੀ ਹੱਥ ਨਹੀਂ ਲਾ ਦੇਣਾ। ਬੰਦਾ ਆਪ ਹੀ ਹੱਥ ਲਵਾਉਂਦਾ ਆਪਣਾ ਸ਼ੈਤਾਨ ਦੇ ਕੋਲੋਂ, ਤੇ ਗੱਲ ਵੱਖਰੀ ਆ। ਯਿਸੂ ਮਸੀਹ ਕਦੀ ਹੱਥ ਨਹੀਂ ਲਾਉਂਦੇਗਾ ਆਪਣੇ ਬਗੀਚੇ ਨੂੰ। ਔਰ ਕੀ ਲਿਖਿਆ ਪੜ੍ਹੀਏ? ਤਾਂ ਉਹਦੀ ਰਾਣੀ ਈਜ਼ਬਲ ਨੇ ਉਹਨੂੰ ਆਖਿਆ, ਉਹਦੀ ਰਾਣੀ ਇਜ਼ਬੇਲ ਨੇ ਉਹਨੂੰ ਆਖਿਆ ਕਿ ਤੂੰ ਇਸ ਵੇਲੇ ਇਸਰਾਇਲ ਉੱਤੇ ਰਾਜ ਕਰਦਾ ਹੈ। ਜਿਹੜੇ ਬਾਈਬਲ ਪੜ੍ਹੋਗੇ ਨਾ, ਬੜੀ ਫੈਸ਼ਨ ਪ੍ਰਸਤੀ, ਇਹਦੇ ਬਾਰੇ ਮੈਂ ਪੜ੍ਹਿਆ, ਬਹੁਤ ਫੈਸ਼ਨ ਪ੍ਰਸਤੀ, ਅੱਖਾਂ 'ਚ ਕੱਜਲ ਪਾ ਕੇ ਰੱਖਦੀ ਸੀ ਤੇ ਅੱਖਾਂ ਦੇ ਨਾਲ ਮੋਲਣ ਦੀ ਸੀ। ਇਹਦੇ ਬਾਰੇ ਬੜੇ ਬੜੇ ਰਾਈਟਰਾਂ ਨੇ ਲਿਖਿਆ, ਇਜ਼ਬੇਲ ਤੋਂ ਬਚਣਾ ਹੈ। ਇਹ ਬਹੁਤ ਆਪਣੇ ਆਪ ਨੂੰ ਠੀਕ ਠਾਕ ਰਹਿੰਦੇ ਸੀ, ਇਹਨੇ ਵੀ ਬਹੁਤਿਆਂ ਨੂੰ ਭਰਮਾਇਆ। ਇਸ ਔਰਤ ਦੇ ਅੰਦਰ ਜਿਨਾਹ ਦੀ ਆਤਮਾ ਸੀ, ਸੈਕਸੁਅਲ ਸਪਿਰਿਟ ਸੀ ਇਹਦੇ ਅੰਦਰ, ਇਹ ਮੋੜਨ ਦੀ ਸੀ ਇਜ਼ਬੇਲ। ਇਜ਼ਬੇਲ ਦਾ ਤੁਸੀਂ ਜ਼ਿਕਰ ਕਰਕੇ ਦੇਖੋ, ਬਾਈਬਲ ਪੜ੍ਹ ਕੇ ਦੇਖੋ, ਤੁਹਾਨੂੰ ਪਤਾ ਲੱਗੇਗਾ। ਅਗਰ ਇਤਿਹਾਸਿਕ ਕਿਤਾਬਾਂ ਪੜ੍ਹੋਗੇ ਦੇ ਬਾਰੇ, ਇਹ ਵੀ ਲੋਕਾਂ ਨੂੰ ਕਾਇਲ ਕਰ ਲੈਂਦੀ, ਮੋਲਨ ਦੀ ਸੀ। ਬਾਈਬਲ ਕਹਿੰਦੀ, ਇਹਦੇ ਰਾਈਟਰ ਕਹਿੰਦੇ, ਰਾਈਟਰ ਜਿਹੜੇ ਨੇ ਬੁੱਕਾਂ ਲਿਖਿਆ ਸੀ ਇਜ਼ਬੇਲ ਦੇ ਉੱਤੇ, ਉਹ ਕਹਿੰਦੇ ਬਹੁਤ ਬੰਦ ਠੰਡ ਕਰਦੀ ਸੀ। ਅੱਜ ਵੀ ਇਜ਼ਬੇਲ ਦਾ ਆਤਮਾ ਜਿਹੜਾ ਆ, ਜਿਨ੍ਹਾਂ 'ਚ ਕੰਮ ਕਰਦਾ, ਉਹਨਾਂ ਦਾ ਰੂਪ ਦੂਜਿਆਂ ਨਾਲੋਂ ਡਿਫਰੈਂਟ ਨਜ਼ਰ ਆਏਗਾ। ਉਹਨਾਂ ਦੀਆਂ ਅੱਖਾਂ ਦੇ ਵਿੱਚ ਵੀ, ਉਹਨਾਂ ਦੀ ਜ਼ੁਬਾਨ ਦੇ ਵਿੱਚ ਵੀ ਸੁਲੇਮਾਨ ਕਹਿੰਦਾ ਅਲੱਗ ਸਿਸਟਮ ਹੋਏਗਾ। ਬਾਈਬਲ ਇਸ ਤਰ੍ਹਾਂ ਹੀ ਕਹਿੰਦੀ ਹੈ। ਔਰ ਕੀ ਲਿਖਿਆ ਪੜ੍ਹੀਏ? ਉੱਠ ਰੋਟੀ ਖਾ, ਉੱਠ, ਆਪਣੇ ਹਸਬੈਂਡ ਨੂੰ ਕਹਿੰਦੀ ਰੋਟੀ ਖਾਓ ਅਤੇ ਆਪਣਾ ਮਨ ਭਾਉਂਦਾ ਭੋਗ ਬਿਲਾਸ ਕਰ, ਔਰ ਮੈਂ ਤੈਨੂੰ ਇਜ਼ਰਾਈਲੀ ਨਬੋਥ ਦਾ ਅੰਗੂਰੀ ਬਾਗ ਲੈ ਦਿੰਦੀ ਹਾਂ। ਦੇਖਿਏ ਇਹਦਾ ਛਣਜੰਤਰ ਚਾਇਆ ਇਸ ਔਰਤ ਨੇ। ਕੀ ਕਹਿੰਦੀ ਪੜ੍ਹੀਏ? ਸੋ ਉਸਨੇ ਅਹਾਬ ਦੇ ਨਾਂ ਉੱਤੇ ਪਰਵਾਨੇ ਲਿਖੇ ਔਰ ਅਤੇ ਉਹਨਾਂ ਉੱਤੇ ਉਹਦੀ ਮੋਹਰ ਲਾਈ। ਉਹ ਉਹਨਾਂ ਬਜ਼ੁਰਗਾਂ ਅਤੇ ਭਲੇ ਲੋਕਾਂ ਨੂੰ ਕੱਲੇ ਔਰ ਜਿਹੜੇ ਉਹਦੇ ਸ਼ਹਿਰੀ ਸਨ ਅਤੇ ਨਬੋਥ ਦੇ ਨੇੜੇ ਵਸਦੇ ਸਨ। ਤਾਂ ਉਸਨੇ ਪਰਵਾਨਿਆਂ ਵਿੱਚ ਲਿਖਿਆ ਕਿ ਵਰਤ ਦੀ ਡੌਂਡੀ ਫਿਰਾਓ ਅਤੇ ਨਬੋਥ ਨੂੰ ਲੋਕਾਂ ਦੇ ਸਿਰੇ ਤੇ ਬਿਠਾਓ। ਤਾਂ ਸੁਣੀਏ ਇਹ ਕਿੱਦਾਂ ਦੀ ਲੇਡੀਜ਼ ਆ, ਇਹਦੇ ਵਿਚਾਰ ਕਿੱਦਾਂ ਦੇ ਆ। ਇਹ ਕਹਿੰਦੀ ਤੁਸੀਂ ਕਾਹਲੇ ਫਿਕਰ ਕਰਦੇ, ਮੈਨੂੰ ਦੱਸੋ ਕੀ ਪ੍ਰੋਬਲਮ ਆ ਤੁਹਾਨੂੰ, ਮੈਂ ਦੱਸਦੀ ਹਾਂ। ਬਾਗ ਲੈਣਾ ਕਿਹੜਾ ਔਖੀ ਗੱਲ ਆ, ਮੈਂ ਲੈ ਦਿੰਦੀ। ਇਹਨੇ ਡੋਂਡੀ ਪਟਵਾਈ ਫਾਸਟਿੰਗ ਪ੍ਰੇਅਰ ਦੀ, ਤੇ ਕੰਮ ਇਹਦੇ ਖੂਨੀ, ਕੰਮ ਇਹਨੇ ਕੁਛ ਹੋਰ ਕੀਤੇ ਆ। ਕਿੰਨੇ ਲੋਕ ਵਰਤ ਰੱਖ ਕੇ ਉਹਨਾਂ ਦੇ ਕੰਮ ਵਰਤ ਵਾਲੇ ਨਹੀਂ ਹੁੰਦੇ, ਇਸੇ ਕਰਕੇ ਉਹਨਾਂ ਦੇ ਵਰਤ ਦਾ ਜਵਾਬ ਨਹੀਂ ਆਉਂਦਾ। ਔਰ ਮੈਂ ਤੁਹਾਨੂੰ 100% ਅੱਜ ਤੇ ਲੈ ਕੇ ਜਾਣਾ ਚਾਹੁੰਦਾ ਕਿ ਫਾਸਟਿੰਗ ਪਰ ਇੱਕ ਇੱਦਾਂ ਦੀ ਤਾਕਤ ਆ, ਬਾਈਬਲ ਕਹਿੰਦੀ ਉਹ ਜੂਲੇ ਨੂੰ ਕੀ ਕਰ ਦਿੰਦੀ ਹੈ, ਤੋੜ ਦਿੰਦੀ ਹੈ। ਪਰ ਵਰਤ ਤੇਰਾ ਹੋਵੇ ਤਾਂ ਸਹੀ ਬਾਈਬਲ ਦੇ ਮੁਤਾਬਕ। ਬਾਈਬਲ 'ਚ ਲਿਖਿਆ ਜਿਹੜਾ ਵਰਤ ਰੱਖਦਾ ਬੰਦੂਆਂ ਨੂੰ ਛਡਾਵੇ, ਸ਼ਾਇਦ ਪੁੱਛ ਲਿਖਿਆ ਅਸੀਰਾਂ ਨੂੰ ਛਡਾ ਲਵੇ। ਮੇਰੇ ਵਰਤ ਨੇ ਕਿੰਨਿਆਂ ਨੂੰ ਛਡਾਇਆ ਉਹ ਮੈਂ ਚੈੱਕ ਕਰਨਾ। ਮੈਂ ਵਰਤ ਸੀ ਮੇਰੇ ਫਾਸਟਿੰਗ ਨੇ ਕਿਸੇ ਨੂੰ ਛਡਾਇਆ, ਪਰ ਇਹਦੇ ਤੇ ਧਿਆਨ ਨਹੀਂ ਦਿੰਦਾ। ਵਿਸ਼ਵਾਸੀ ਕਹਿੰਦਾ ਮੇਰਾ ਅੱਜ ਵਰਤ ਆ, ਮੈਂ ਦੁਆ ਕੀਤੀ ਵਰਤ ਰੱਖ ਕੇ, ਪਰ ਤੇਰੇ ਵਰਤ ਨੇ ਛਡਾਇਆ ਕਿਸੇ ਨੂੰ? ਤੇਰੇ ਵਰਤ ਨੇ ਕਿਹਨੂੰ ਬਲੈਸਡ ਕੀਤਾ ਹੈ? ਤੇਰੇ ਫਾਸਟਿੰਗ ਪ੍ਰੇਅਰ ਨੇ ਕਿਹਨੂੰ ਆਸ਼ੀਸ਼ ਕੀਤੀ ਹੈ? ਇਸ ਗੱਲ ਤੇ ਮੈਂ ਤੁਹਾਡਾ ਧਿਆਨ ਮੁੜ, ਇਹਨੇ ਲੋਕਾਂ ਨੂੰ ਪਰਵਾਨੇ ਭੇਜੇ, ਸ਼ਾਹੀ ਮੋਹਰ ਰਾਜੇ ਦੀ ਆਪੀ। ਔਰ ਪਤਾ ਕਿਹਨੂੰ ਬੁਲਾਇਆ? ਵਰਤ ਦੀ ਰੋਟੀ ਪਟਾਈ। ਪੜੋ ਕਿਹਨੂੰ ਬੁਲਾਇਆ? ਤਾਂ ਸ਼ੈਤਾਨ ਦੇ ਪੁੱਤਰਾਂ ਵਿੱਚੋਂ ਦੋ ਮਨੁੱਖਾਂ ਨੂੰ ਉਹਦੇ ਸਾਹਮਣੇ ਬਿਠਾਓ। ਹੋਵੇ ਫਾਸਟਿੰਗ ਪ੍ਰੇਅਰ ਤੇ ਸ਼ੈਤਾਨ ਦੇ ਬੱਚੇ ਵੀ ਵਿੱਚ ਹੀ ਬੁਲਾ ਲਏ, ਦੋ ਮਨੁੱਖਾਂ ਨੂੰ। ਉਹਨਾਂ ਨੂੰ ਕੀ ਕਿਹਾ? ਉਹ ਗਵਾਹੀ ਦੇਣ ਕਿ ਤੂੰ ਪਰਮੇਸ਼ਰ ਅਤੇ ਪਾਤਸ਼ਾਹ ਨੂੰ ਦੁਰਵਚਨ ਬੋਲਿਆ ਹੈ। ਡੋਂਡੀ ਪਟਵਾਈ ਫਾਸਟਿੰਗ ਪ੍ਰੇਅਰ ਦੀ, ਲੋਕਾਂ ਦੇ ਉੱਤੇ ਦਰਸ਼ਨ ਬਣਾਇਆ ਕਿ ਅੱਜ ਰੋਜ਼ਾ ਦਵਾਇਆ, ਕੰਮ ਇਹਦੇ ਹੋ ਰਿਹਾ। ਕਹਿੰਦੀ ਇਹ ਕਿਹੜੀ ਗੱਲ ਆ? ਇਹਨੇ ਪਤਾ ਕੀ ਕੀਤਾ? ਉਸ ਬੰਦੇ ਦਾ ਕਤਲ ਕਰਵਾਤਾ ਬਦਮਾਸ਼ਾਂ ਨੂੰ ਬੁਲਾ ਕੇ। ਇਹ ਉਹ ਬਦਚਲਨ ਔਰਤਾਂ ਨੇ, ਇਜ਼ਬੇਲ ਦੀਆਂ ਆਤਮਾਵਾਂ 'ਚ ਕੰਮ ਕਰਦਾ, ਜਿਹੜੀ ਲਿੜ 'ਚ ਇਜ਼ਬੇਲ ਦਾ ਆਤਮਾ ਕੰਮ ਕਰਦਾ, ਉਹਦੀਆਂ ਗੱਲਾਂ ਕੁਛ ਹੋਰ ਹੁੰਦੀਆਂ। ਜਿੱਥੇ ਪਵਿੱਤਰ ਆਤਮਾ ਕੰਮ ਕਰਦਾ, ਉਹਦੀਆਂ ਗੱਲਾਂ ਕੁਛ ਹੋਰ ਹੁੰਦੀਆਂ। ਇਸ ਕਰਕੇ ਪੌਲਸ ਰਸੂਲ ਨੇ ਯੋਹਨਾ ਦੀ ਪਹਿਲੀ ਪੜਾਂਗੇ ਨੇ ਲਿਖਿਆ,
ਤੁਸੀਂ ਇਹ ਤੋਂ ਬਦਕਾਰੀ ਦੀ ਆਤਮਾ ਨੂੰ ਤੇ ਦੂਸਰੇ ਆਤਮਾ ਨੂੰ ਜਾਣ ਲੈਂਦੇ ਹੋ ਕਿਹੜਾ ਆਤਮਾ ਕੰਮ ਕਰਦਾ ਹੈ। ਪਵਿੱਤਰ ਆਤਮਾ ਪਾਏ ਬੰਦੇ ਦੀ ਆਵਾਜ਼ ਤੋਂ ਪਤਾ ਲੱਗ ਜੂਗਾ ਕਿ ਹੋਲੀ ਸਪਿਰਿਟ ਹੈ ਇਹਦੇ ਅੰਦਰ। ਦੂਜੇ ਪਤਾ ਲੱਗਦਾ ਹੋਲੀ ਸਪਿਰਿਟ ਨਹੀਂ ਸ਼ੈਤਾਨ ਬੋਲਦਾ ਇਹ 'ਚੋਂ। ਫਰਕ ਆ। ਔਰ ਕੀ ਲਿਖਿਆ ਪੜ੍ਹੀਏ। ਤਾਂ ਉਸ ਨੂੰ ਬਾਹਰ ਲੈ ਜਾ ਕੇ ਪਥਰਾਓ ਕਰਨ ਕਿ ਉਹ ਮਰ ਜਾਵੇ। ਮੈਂ ਦਵਾਨੀ ਤੈਨੂੰ ਬਾਪ। ਤੁਹਾਨੂੰ ਪਤਾ ਇਹਦਾ ਜਿਹੜੇ ਤੁਸੀਂ ਇਹਨੂੰ ਪੜ੍ਹਦੇ ਇਹਨੇ ਉਹਦਾ ਕਤਲ ਕਰਵਾਤਾ, ਖੂਨ ਕਰਵਾਤਾ। ਉਹਨਾਂ ਨੇ ਓਲਡ ਟੈਸਟਾਮੈਂਟ ਦੇ ਮੁਤਾਬਕ ਜਿਹੜਾ ਆਦਮੀ ਕੋਈ ਪਾਪ ਕਰਦਾ ਸੀ ਉਹਨੂੰ ਪਥਰਾਵ ਕੀਤਾ ਤੇ ਮੂਸਾ ਦੀ ਅਵਸਥਾ ਦੇ ਮੁਤਾਬਕ ਉਹਨੂੰ ਪਥਰਾਵ ਕਰਕੇ ਮਾਰਿਆ ਜਾਂਦਾ ਸੀ। ਸੋ ਆਦਮੀ ਮਰ ਜਾਂਦਾ ਸੀ। ਔਰ ਬੜੀ ਪੈੜੀ ਮੌਤ ਸੀ ਇਹ ਕਿ ਉਹਨਾਂ ਨੇ ਪੱਥਰ ਕਦੀ ਕਿੱਥੇ ਲੱਗਣਾ, ਸਿਰ ਤੇ ਲੱਗੇ, ਲੱਤ 'ਚ ਲੱਗੇ, ਉਹਨੂੰ ਜਦ ਤੱਕ ਉਹ ਮਰ ਨਹੀਂ ਜਾਂਦਾ ਸੀ ਤਦ ਤੱਕ ਉਹ ਉੱਤੇ ਪੱਥਰ ਭਰਾਇਆ ਜਾਂਦਾ ਸੀ। ਇਹਨਾਂ ਨੇ ਪਥਰਾਵ ਕਰਕੇ ਉਹਨੂੰ ਮਰਵਾਤਾ। ਔਰ ਫਿਰ ਕੀ ਲਿਖਿਆ ਪੜ੍ਹੀਏ। ਸੋ ਉਹਦੇ ਸ਼ਹਿਰ ਦੇ ਲੋਕਾਂ ਨੇ ਅਰਥਾਤ ਬਜ਼ੁਰਗਾਂ ਅਤੇ ਭਲੇ ਲੋਕਾਂ ਨੇ ਜੋ ਉਹਦੇ ਸ਼ਹਿਰ ਦੇ ਵਾਸੀ ਸਨ, ਜਿਵੇਂ ਈਜ਼ਬਲ ਨੇ ਉਹਨਾਂ ਨੂੰ ਸੁਨੇਹਾ ਘੱਲਿਆ ਸੀ ਅਤੇ ਜਿਵੇਂ ਉਹਨਾਂ ਪਰਵਾਨਿਆਂ ਵਿੱਚ ਲਿਖਿਆ ਸੀ। ਇੱਥੇ ਭਲੇ ਲੋਕ ਲਿਖਿਆ ਹੈ ਤੇ ਇਜ਼ਬਲ ਨੇ ਭਲੇ ਲੋਕ ਵੀ ਕੀ ਕਰ ਲਏ? ਪਰਮਾਲੇ। ਨੋਟ ਕਰਿਓ, ਉਹਨੂੰ ਵੀ ਪਰਮਾਲੇ। ਔਰ ਫਿਰ ਸੋ ਉਹਨਾਂ ਨੂੰ ਘੱਲੇ ਤਿਵੇਂ ਹੀ ਕੀਤਾ। ਹਾਂ, ਉਹਨਾਂ ਨੇ ਵਰਤ ਦੀ ਡੌਂਡੀ ਫਿਰਾਈ ਅਤੇ ਨਬੋਥ ਨੂੰ ਲੋਕਾਂ ਵਿੱਚ ਉੱਚਾ ਕਰਕੇ ਬਿਠਾ ਲਿਆ। ਤਾਂ ਦੋ ਸ਼ੈਤਾਨੀ ਮਨੁੱਖ ਅੰਦਰ ਆਏ ਅਤੇ ਉਸ ਦੇ ਸਾਹਮਣੇ ਬੈਠ ਗਏ। ਤਾਂ ਇਹਨਾਂ ਸ਼ੈਤਾਨੀ ਮਨੁੱਖਾਂ ਨੇ ਉਸ ਦੇ ਉੱਤੇ ਅਰਥਾਤ ਨਬੋਥ ਉੱਤੇ ਲੋਕਾਂ ਦੀ ਗਵਾਹੀ ਦਿੱਤੀ ਕਿ ਨਬੋਥ ਦੇ ਪਰਮੇਸ਼ਰ ਅਤੇ ਪਾਤਸ਼ਾਹ ਨੂੰ ਦੁਰਵਚਨ ਆਖੇ ਹਨ। ਜਿਲੇ ਕਿਸੇ ਨਾਲ ਲੜਾਈ ਝਗੜਾ ਹੋ ਜਾਂਦਾ ਨਾ, ਫਿਰ ਉਹ ਊਜਾ ਲੱਗਦੀਆਂ ਝੂਠ, ਫਿਰ ਉਹ ਝੂਠ ਦੀਆਂ ਊਜਾ ਲਾਉਂਦੇ। ਇਹਨਾਂ ਨੇ ਸਾਨੂੰ ਇਹ ਕਿਹਾ ਸੀ। ਡਰਦੇ ਥੋੜੀ ਲੋਕ। ਸਿਰਫ ਪਰਮੇਸ਼ਰ ਦਾ ਭੈ ਰੱਖਣ ਵਾਲਾ ਆਦਮੀ ਡਰਦਾ ਕਿ ਨਹੀਂ ਮੈਨੂੰ ਪਰਮੇਸ਼ਰ ਦੇਖਦਾ, ਜੇ ਮੈਂ ਸ਼ਬਦ ਕਹੂੰਗਾ ਝੂਠੇ ਮੇਰਾ ਨਿਆਂ ਕਰੇਗਾ ਪਰਮੇਸ਼ਰ। ਇਸ ਔਰਤ ਦਾ ਜ਼ਿਕਰ ਇਹਨੇ ਉਹਦਾ ਖੂਨ ਕਰਾਤਾ। ਔਰ ਤੁਹਾਨੂੰ ਪਤਾ ਪਰਮੇਸ਼ਰ ਨੇ ਕੀ ਕੀਤਾ? ਇਹਦੀ 3rd ਲਾਈਨ ਸ਼ੋਰਟ ਇੱਕ ਲਾਈਨ ਪੜ੍ਹੀਏ। ਇਹਦੀ 17 ਪੜ੍ਹੋ ਕੀ ਲਿਖਿਆ। ਤਾਂ ਯਹੋਵਾ ਦਾ ਵਚਨ ਏਲੀਆ ਤਿਸ਼ਬੀ ਨੂੰ ਆਇਆ ਕਿ ਉੱਠ ਅਤੇ ਇਜ਼ਰਾਈਲ ਦੇ ਪਾਤਸ਼ਾਹ ਅਹਾਬ ਨੂੰ ਜੋ ਸਾਮਰਿਆ ਵਿੱਚ ਵਸਦਾ ਹੈ ਜਾ ਮਿਲ। ਸੁਣੀਏ, ਤਾਂ ਯਹੋਵਾ ਦਾ ਵਚਨ ਪਰਮੇਸ਼ਰ ਦੇ ਦਾਸ ਏਲੀਆ ਨੂੰ ਆਇਆ। ਏਲੀਆ ਨੂੰ ਆਇਆ, ਉੱਠ ਉੱਠ ਅਹਾਬ ਵੱਲ ਚੱਲ, ਮੈਂ ਦੇਖਿਆ ਅਸਮਾਨ ਤੋਂ ਕੀ ਹੋਇਆ। ਔਰ ਵੇਖ ਉਹ ਨਬੋਥ ਦੇ ਅੰਗੂਰੀ ਬਾਗ ਵਿੱਚ ਹੈ। ਦੇਖ ਉਹ ਨਬੋਥ ਦੇ ਅੰਗੂਰੀ ਬਾਗ ਵਿੱਚ ਆ ਅਤੇ ਉਸ ਦਾ ਕਬਜ਼ਾ ਲੈਣ ਨੂੰ ਉੱਥੇ ਗਿਆ ਹੈ। ਉਹਦਾ ਕਬਜ਼ਾ ਲੈਣ ਨੂੰ ਉੱਥੇ ਗਿਆ। ਤੂੰ ਉਹਨੂੰ ਬੋਲ ਕਿ ਯਹੋਵਾ ਇਉਂ ਫਰਮਾਉਂਦਾ ਹੈ, ਪਰਮੇਸ਼ਰ ਇਹ ਫਰਮਾਉਂਦਾ ਕਿ ਤੂੰ ਖੂਨੀ ਬਣਿਆ, ਤੂੰ ਕਾਤਿਲ ਅਤੇ ਕੀ ਕਬਜ਼ਾ ਵੀ ਲਿਆ। ਤੂੰ ਉਹਨੂੰ ਬੋਲ। ਇੱਕ ਗੱਲ ਨੂੰ ਬਾਅਦ ਚ ਲਿਖਿਆ ਇਤਿਹਾਸ ਦੇ ਅੰਦਰ, ਪਰਮੇਸ਼ਰ ਦੀ ਅੱਖਾਂ ਸਾਰੀ ਧਰਤੀ ਨੂੰ ਕੀ ਕਰਦੀਆਂ? ਵੇਖਦੀ। ਪਰਮੇਸ਼ਰ ਨੂੰ ਇਹ ਵੀ ਪਤਾ ਹੈ ਅਸਮਾਨ ਤੋਂ ਉਹਨੇ ਆਪਣੇ ਨਬੀ ਨੂੰ ਕਿਹਾ, ਦੇਖ ਮੈਂ ਦੇਖਿਆ ਅਸਮਾਨ ਤੋਂ ਉਹਨੇ ਕਬਜ਼ਾ ਕਰ ਲਿਆ, ਜਾ ਉਹਦੇ ਕੋਲ ਜਾ ਕੇ ਉਹਨੂੰ ਦੱਸ ਉਹਦਾ ਪਾਪ। ਔਰ ਕੀ ਕਿਹਾ? ਕਿ ਯਹੋਵਾ ਇਉਂ ਫਰਮਾਉਂਦਾ ਹੈ, ਪਰਮੇਸ਼ਰ ਇਉਂ ਫਰਮਾਉਂਦਾ ਕਿ ਜਿੱਥੇ ਕੁੱਤਿਆਂ ਨੇ ਨਬੋਥ ਦਾ ਲਹੂ ਚੱਟਿਆ, ਜਿਸ ਜਗ੍ਹਾ ਤੇ ਜਿਹਦਾ ਤੂੰ ਕਾਤਲ ਤੂੰ ਖੂਨ ਕਰਵਾਇਆ, ਜਿਸ ਜਗ੍ਹਾ ਦੇ ਉੱਤੇ ਕੁੱਤਿਆਂ ਨੂੰ ਦਾ ਲਹੂ ਚੱਟਿਆ, ਉੱਥੇ ਤੇਰਾ ਲਹੂ ਚੱਟਣਗੇ। ਉੱਥੇ ਤੇਰਾ ਲਹੂ ਬਹਾਇਆ ਜਾਏਗਾ। ਹਾਂ, ਤੇਰਾ ਹੀ। ਜੋ ਤੂੰ ਬੀਜਿਆ ਤੈਨੂੰ ਉਹੀ ਵੱਢਣਾ ਪੈਣਾ। ਉੱਥੇ ਹੀ ਚੱਟਣਗੇ ਕੁੱਤੇ ਤੇਰਾ ਲਹੂ, ਜਿਵੇਂ ਉਹਦਾ ਲਹੂ ਚੱਟਿਆ। ਔਰ ਫਿਰ ਅੱਗੋਂ ਅਹਾਬ ਨੇ ਏਲੀਆ ਨੂੰ ਆਖਿਆ, ਹੇ ਮੇਰੇ ਦੁਸ਼ਮਣਾ। ਜਿਹੜੇ ਸੱਚੀ ਗੱਲ ਕਹੋਗੇ ਨਾ ਉਸ ਲਈ ਕੀ ਕਹਿਣਗੇ? ਦੁਸ਼ਮਣ। ਉਹ ਦੁਸ਼ਮਣ ਹੁੰਦਾ ਜਿਹੜਾ ਸੱਚੀ ਗੱਲ ਕਹਿੰਦਾ ਕਿ ਮਨ ਫਿਰਾ ਲਓ, ਤੁਸੀਂ ਉੱਡ ਜਾਣਾ ਆਣ ਦੇ। ਉਹ ਪਰਵਾਹ ਨਹੀਂ ਕਰਦੇ। ਜਿਹੜੇ ਸਿਹਤ ਬੰਦੇ ਦੀ ਬਿਲਕੁਲ ਫਿੱਟ ਹੁੰਦੀ ਨਾ, ਫੇਰ ਨਹੀਂ ਉਹ ਪਰਵਾਹ ਕਰਦਾ। ਜਿਹੜੇ ਬੰਦਾ ਤੰਦਰੁਸਤ ਹੁੰਦਾ, ਪੈਸੇ ਉਹਦੇ ਕੋਲ ਹੁੰਦੇ ਆ, ਫੇਰ ਨਹੀਂ ਪਰਵਾਹ ਕਰਦਾ। ਕਰੇਗਾ ਪਰਵਾਹ, ਟਾਈਮ ਆਏਗਾ, ਪਰਵਾਹ ਆਏਗੀ ਤੈਨੂੰ। ਜਿਹੜੇ ਤੈਨੂੰ ਕਿਸੇ ਨੇ ਨਹੀਂ ਇੱਕ ਦਿਨ ਪੁੱਛਣਾ, ਤੇਰੇ ਪੈਸੇ ਵੀ ਕੰਮ ਨਹੀਂ ਤੇਰੇ ਆਣੇ। ਬਾਈਬਲ ਦੀ ਗੱਲ ਮੈਂ ਕਰ ਰਿਹਾ। ਔਰ ਪੜ੍ਹੀਏ ਕੀ ਲਿਖਿਆ। ਤੈਂ ਮੈਨੂੰ ਲੱਭ ਲਿਆ, ਐ ਮੇਰੇ ਦੁਸ਼ਮਣਾ, ਤੂੰ ਮੈਨੂੰ ਕੀ ਕਰ ਲਿਆ? ਲੱਭ ਲਿਆ। ਉਸ ਉੱਤਰ ਦਿੱਤਾ, ਉਹਨੇ ਉੱਤਰ ਦਿੱਤਾ, ਹਾਂ ਲੱਭ ਲਿਆ। ਹਾਂ ਲੱਭ ਲਿਆ। ਕਿਉਂ ਜੋ ਤੈਂ ਯਹੋਵਾ ਦੇ ਵੇਖਦਿਆਂ ਤੇ ਬੁਰੀਆਈ ਕਰਨ ਲਈ ਆਪ ਨੂੰ ਵੇਚ ਦਿੱਤਾ। ਪਰਮੇਸ਼ਰ ਦੇ ਦੇਖਦਿਆਂ ਹੋਇਆ ਤੂੰ ਪਾਪ ਕਰਨ ਲਈ ਆਪਣਾ ਨੂੰ ਕੀ ਕਰਤਾ? ਵੇਚ ਦਿੱਤਾ। ਵੇਚ ਦਿੱਤਾ। ਔਰ ਤੂੰ ਵੇਖੇਗਾ ਹਾਂ ਕਿ ਮੈਂ ਤੇਰੇ ਉੱਤੇ ਬੁਰੀਆਈ ਲਿਆਵਾਂਗਾ। ਦੇਖ ਮੈਂ ਤੇਰੇ ਉੱਤੇ ਬੁਰਾਈ ਲੈ ਕੇ ਆਉਂਗਾ ਅਤੇ ਮੈਂ ਤੈਨੂੰ ਝਾੜ ਸੁੱਟਾਂਗਾ।
ਜਿੱਦਣ ਸਮਾਂ ਪਰਮੇਸ਼ਰ ਤੇ ਅੱਖਾਂ ਲਾਏਗਾ ਨਾ ਤੇਰੇ ਪਾਪਾਂ ਦੇ ਕਰਕੇ ਅੱਕ ਕੇ, ਫਿਰ ਇਹ ਜਵਾਬ ਆਏਗਾ ਹੁਣ ਤੇਰੇ ਦਿਨ ਬੁਰੇ ਨੇ। ਹੁਣ ਕਈ ਵਾਰੀ ਸਾਂਝ ਨਾਲ ਫਿੱਟ ਉਹਨਾਂ ਨੂੰ ਸਾਹਮਣੇ ਕਹਿੰਦਾ ਮੈਂ ਬਿਲਕੁਲ ਠੀਕ ਆ, ਕੋਈ ਨਹੀਂ ਆ ਲੈਂਦਾ ਦਿਨ ਜਿਹੜੇ ਆਉਂਦੇ। ਉਹ ਇੱਦਾਂ ਬੋਲਦਾ ਜਿੱਦਾਂ ਕਿ ਉਹਨੇ ਮੁੜ ਕੇ ਉਹਦੇ 'ਤੇ ਕੋਈ ਸਿਸਟਮ ਹੋਣ ਵਾਲਾ ਨਹੀਂ। ਉਹਦੀ ਸੋਚ ਵਿਗੜੀ ਹੁੰਦੀ, ਉਹਨੂੰ ਉਹ ਭੁੱਲਿਆ ਹੁੰਦਾ। ਬਾਈਬਲ ਕਹਿੰਦੀ ਆ ਐ ਜਵਾਨ ਆਪਣੀ ਜਵਾਨੀ ਦੇ ਦਿਨਾਂ 'ਚ ਆਪਣੇ ਕਰਤਾਰ ਨੂੰ ਕੀ ਰੱਖ, ਚੇਤੇ ਰੱਖ। ਇਹਨੂੰ ਚੇਤੇ ਰੱਖਣਾ। ਮੈਂ ਤੁਹਾਨੂੰ ਜਿਹੜੀ ਗੱਲ ਪੜ੍ਹਾਉਣੀ ਧਿਆਨ ਦਿਓ ਤੇ। ਔਰ ਕੀ ਲਿਖਿਆ ਪੜ੍ਹੀਏ। ਅਤੇ ਮੈਂ ਅਹਾਬ ਨਾਲੋਂ ਨਰ ਅਤੇ ਇਸਰਾਇਲ ਦੇ ਬੰਦੂਏ ਅਤੇ ਆਜ਼ਾਦ ਵੱਢ ਸੁੱਟਾਂਗਾ। ਔਰ ਅਤੇ ਮੈਂ ਤੇਰੇ ਘਰਾਣੇ ਨੂੰ ਨਾਬਾਟ ਦੇ ਪੁੱਤਰ ਯਾਰਾਬੋਆਮ ਦੇ ਘਰਾਣੇ ਵਾਂਗੂ, ਜਿਹੜਾ ਯਾਰਾਬੋਆਮ ਸੀ ਨਾ, ਜਿਹੜੇ ਬਾਈਬਲ ਪੜ੍ਹਦੇ ਕਾਦੇ ਭੁੱਲ ਜਾਂਦੇ ਅਸੀਂ ਤਾਂ, ਸਾਨੂੰ ਤਾਂ ਪਤਾ ਨਹੀਂ ਤਾਂ ਕਿੱਥੇ ਲਿਖਿਆ। ਯਾਰਾਬੋਆਮ ਦਾ ਪਾਪ ਸੀ, ਜ਼ੋਰਾਬਾਮ ਦਾ ਵੀ ਰਾਜਾ ਠਹਿਰਾਇਆ ਸੀ ਖੁਦਾ ਨੇ। ਜਿਲੇ ਅਈਆ ਨਬੀ ਨੂੰ ਪੁੱਛਣ ਵਾਸਤੇ ਗਿਆ ਨਾ ਮੇਰਾ ਬੱਚਾ ਠੀਕ ਹੋ ਜਾਏਗਾ, ਉਹਨੇ ਕਿਹਾ ਨਹੀਂ ਇਹ ਨਹੀਂ ਠੀਕ ਹੋਣਾ। ਉਹਨੇ ਆਪਣੀ ਵਾਈਫ ਨੂੰ ਭੇਜਿਆ ਪੇਸ਼ ਬਟਾ ਕੇ। ਤੇ ਨਬੀ ਦੇ ਕੋਲੋਂ ਕਿਹੜੀ ਚੀਜ਼ ਛੁਪੀ ਹੁੰਦੀ ਹੈ, ਖੁਦਾ ਉਹਨਾਂ ਗੱਲਾਂ ਕਰ ਰਿਹਾ ਹੁੰਦਾ, ਉਹਨੇ ਦੱਸਤਾ ਕਿ ਯਾਰਾਬਾਮ ਦੀ ਰਾਣੀ। ਉੱਥੇ ਲਿਖਿਆ, ਜੇ ਅਗਲੇ ਨਾਲ ਪੜ੍ਹੋਗੇ ਉੱਥੇ ਲਿਖਿਆ ਮੈਂ ਤੇਰੇ ਘਰ ਨੂੰ ਝਾੜੂ ਫੇਰ ਦੂੰਗਾ ਤੇਰੇ ਘਰ ਵਿੱਚ। ਇੱਥੇ ਤਾਂ ਰਾਜਾਂ ਦੇ ਘਰਾਂ 'ਚ ਝਾੜੂ ਫਿਰ ਗਏ ਤੇ ਜਿਹੜੇ 2 4 10 20 ਹਜ਼ਾਰ ਰੁਪਏ ਕਮਾਉਂਦੇ ਕਿਸ ਪਾਣੀ ਹਾਰ। ਇਹਦਾ ਲਿਖਿਆ ਪੜ੍ਹੀਏ। ਉਸ ਖਿਜ ਦੇ ਕਾਰਨ ਹਾਂ ਜਿਹਦੇ ਨਾਲ ਤੈਂ ਮੈਨੂੰ ਖਿਜਾਇਆ, ਹਾਂ ਅਤੇ ਇਸ ਤੋਂ ਵੀ ਕਿ ਤੈਂ ਇਸਰਾਇਲ ਤੋਂ ਪਾਪ ਕਰਾਇਆ। ਔਰ ਇਸਬਲ ਲਈ ਵੀ ਯਹੋਵਾ ਦਾ ਵਚਨ ਹੈ ਕਿ ਇਸਬਲ ਨੂੰ ਤੇਰੀ ਇਜ਼ਰਾਈਲ ਵਾਈਫ ਇਜ਼ਬਲ ਦੇ ਲਈ ਵੀ ਵਚਨ ਆ ਕਿ ਇਸਬਲ ਨੂੰ ਇਜ਼ਰਾਇਲ ਦੀ ਸਫੀਲ ਦੇ ਕੋਲ ਕੁੱਤੇ ਖਾਣਗੇ। ਇਹਨੂੰ ਵੀ ਕੁੱਤੇ ਚੱਟਣਗੇ, ਖੁਦਾ ਦਾ ਕ੍ਰੋਧ ਆਏਗਾ। ਮੇਰੇ ਭੈਣ ਭਰਾਓ, ਇਜ਼ਬਲ ਦੀ ਇਹ ਵਚਨ ਨਿਕਲਿਆ ਉਹਦੀ ਵਾਈਫ ਲਈ ਕਿ ਤੇਰੀ ਵਾਈਫ ਵੀ ਉੱਥੇ ਮਰੇਗੀ, ਉਹਦਾ ਵੀ ਕੁੱਤੇ ਲਹੂ ਚੱਟਣਗੇ। ਇਜ਼ਬਲ ਇਹ ਅਸਮਾਨ ਤੋਂ ਉੱਪਰ ਹੁਕਮ। ਇਹਨੂੰ ਖਿਆਲ ਨਾਲ ਸੁਣੀਏ। ਔਰ ਕੀ ਲਿਖਿਆ ਪੜ੍ਹੀਏ। ਅਤੇ ਅਹਾਬ ਦਾ ਜਿਹੜਾ ਸ਼ਹਿਰ ਵਿੱਚ ਮਰੇਗਾ, ਜਿਹੜਾ ਅਹਾਬ ਰਾਜਾ ਦਾ ਸ਼ਹਿਰ ਵਿੱਚ ਮਰੇਗਾ, ਉਹਨੂੰ ਕੁੱਤੇ ਖਾਣਗੇ। ਉਹਨੂੰ ਕੁੱਤੇ ਖਾਣਗੇ। ਅਤੇ ਜਿਹੜਾ ਰੜ ਵਿੱਚ ਮਰੇਗਾ, ਜਿਹੜਾ ਰਣ ਵਿੱਚ ਮਰੇਗਾ, ਉਹਨੂੰ ਆਕਾਸ਼ ਦੇ ਪੰਛੀ ਉਹਨੂੰ ਆਕਾਸ਼ ਖਾਣਗੇ। ਦੇ ਪੰਛੀ ਖਾਣਗੇ। ਉੱਪਰ ਹੁਕਮ ਆਇਆ ਇਹਦੇ ਸ਼ਹਿਰ ਦੇ ਵਾਸਤੇ। ਔਰ ਫਿਰ ਪਰ ਅਹਾਬ ਵਰਗਾ ਕੋਈ ਨਹੀਂ ਹੋਇਆ, ਹਾਂ, ਜਿਸ ਯਹੋਵਾ ਦੀ ਨਿਗਾਹ ਵਿੱਚ ਬੁਰੀਾਈ ਕਰਨ ਲਈ ਆਪ ਨੂੰ ਵੇਚਿਆ ਅਤੇ ਜਿਸ ਨੂੰ ਉਹਦੀ ਰਾਣੀ ਇਜ਼ਬਲ ਨੇ ਪ੍ਰੇਰਿਆ। ਉਸਨੇ ਕਈ ਵਾਰੀ ਵਾਈਫ ਹੀ ਗਲਤ ਗਾਈਡ ਕਰ ਦਿੰਦੀ, ਜਿਵੇਂ ਆਦਮ ਨੂੰ ਕਰ ਦਿੱਤਾ। ਵਾਈਫ ਨੇ ਹੀ ਸਿਸਟਮ ਖਰਾਬ ਕੀਤਾ। ਕਈ ਵਾਰੀ ਵਾਈਫ ਦੇ ਕਹਿਣ ਦੇ ਨਾਲ ਵੀ ਆਦਮੀ ਘੁੱਟਿਆ ਵੱਟਿਆ ਕਰ ਪਿਆਰ ਹੁੰਦਾ। ਆਹਾਬ ਰਾਜਾ ਵਾਂਗੂ ਉਹਨੇ ਉਹਦੀ ਫਰੈਂਟੀ ਕੀਤੀ ਹੁੰਦੀ ਆ, ਜਿਹਨੂੰ ਆਪਾਂ ਪੰਜਾਬੀ 'ਚ ਲਾਹ ਪਾ ਕਰਨੇ ਆ। ਉਹ ਵੀ ਵੱਟਿਆ ਘੁੱਟਿਆ ਪਿਆ ਹੁੰਦਾ। ਉਹਨੂੰ ਪੁੱਛ ਕੇ ਦੇਖੋ ਭਾਜੀ ਕੀ ਹੋਇਆ, ਨਹੀਂ ਮੈਂ ਠੀਕ ਆ, ਉਹਦੇ ਮੇਰਾ ਥੋੜਾ ਅੱਜ ਠੀਕ ਨਹੀਂ ਸੀ। ਮੈਂ ਇਹ ਕਹੂੰਗਾ ਬੀਬੀਆਂ ਨੂੰ, ਤੇਰਾ ਕਿਤੇ ਘਰ ਵਾਲਾ ਵੱਟਿਆ ਘੁੱਟਿਆ ਤੇਰੇ ਕਰਕੇ ਨਾ ਪਿਆਰ ਹੋਵੇ। ਉਹਨੂੰ ਜੋੜਿਆ, ਬਾਈਬਲ ਕਹਿੰਦੀ ਉਹਨੂੰ ਆਨੰਦ ਦੇ, ਉਹ ਤੇਰਾ ਜੀਵਨ ਦਾ ਸਾਥੀ ਆ। ਮੇਰੇ ਭੈਣ ਭਰਾਓ, ਆਪਣੀ ਲਾਈਫ ਨੂੰ ਚੈੱਕ ਕਰੀਏ। ਅਸੀਂ ਸਾਡਾ ਪਰਿਵਾਰਿਕ ਜੀਵਨ ਕਿੱਦਾਂ ਚੱਲ ਰਿਹਾ, ਅਸੀਂ ਠੀਕ ਆ। ਇਹ ਫਾਸਟਿੰਗ ਪੀਰੀਅਡ 'ਚ ਇਹਦੇ ਕਾਮਾ ਖੂਨ ਕਰਾਉਣਾ। ਫਾਸਟਿੰਗ ਪੀਰੀਅਡ 'ਚ ਅਸੀਂ ਕੀ ਗੱਲਾਂ ਕਰਦੇ ਫਿਰ ਕਹਿੰਦੇ ਜਵਾਬ ਕਿਉਂ ਨਹੀਂ ਆਇਆ। ਮੈਂ ਤੁਹਾਨੂੰ ਚੈਲੰਜ ਨਾ ਕਰਨਾ, ਚੈਲੰਜ ਨਾ, ਜਿਹੜੇ ਲੋਕ ਬਾਈਬਲ ਦੇ ਮੁਤਾਬਕ ਫਾਸਟਿੰਗ ਪੀਰੀਅਡ ਕਰਨਗੇ, ਬਾਈਬਲ ਦੇ ਮੁਤਾਬਕ ਕਰਕੇ ਦੇਖ ਲਓ, ਭਾਵੇਂ ਇੱਕ ਦਿਨ ਦਾ ਹੀ ਹੋਵੇ। ਜੇ ਜਵਾਬ ਨਾ ਆਵੇ ਤੇ ਮੇਰੇ ਕੋਲ ਆ ਜਾਓ ਇੱਥੇ। ਪਰ ਹੋਵੇ ਤੇਰਾ ਵਰਤ ਫਾਸਟਿੰਗ ਪੀਰੀਅਡ ਬਾਈਬਲ ਦੇ ਮੁਤਾਬਕ। ਸਵੇਰੇ ਉੱਠ, ਨਾ ਧੋ, ਮੂੰਹ ਨੂੰ ਤੇਲ ਲਾ, ਹਾਂਜੀ, ਤੇ ਬਾਈਬਲ ਦੇ ਮੁਤਾਬਕ ਆ ਉਹਦੇ ਸਾਹਮਣੇ ਬਹਿ ਜਾ। ਫਿਰ ਕਿਸੇ ਥਰਡ ਪਰਸਨ ਨਾਲ ਗੱਲ ਨਹੀਂ ਕਰਨੀ। ਉਦਾਂ ਤੇਰਾ ਰਿਸ਼ਤਾ ਸਿਰਫ ਤੇਰੇ ਖੁਦਾ ਨਾਲ ਹੋਵੇ, ਉਹਨਾਂ ਹੀ ਗੱਲ ਕਰਨੀ ਹੈ, ਉਹ ਤੇ ਨਾ ਕਰੇ। ਫਿਰ ਤੂੰ ਮੈਨੂੰ ਪੁੱਛ ਕੇ ਦੱਸ ਕਿ ਤੇਰਾ ਖੁਦਾ ਕੀ ਕਰੇਗਾ। ਤੁਹਾਨੂੰ ਪਤਾ ਏਲੀਆ ਤਿਸ਼ਬੀ ਨੂੰ ਭੇਜਿਆ ਇੱਥੇ। ਏਲੀਆ ਤਿਸ਼ਬੀ ਨੇ ਆ ਕੇ ਮੈਸੇਜ ਦਿੱਤਾ ਕਿ ਰਾਜਾ ਤੂੰ ਇਹ ਕੰਮ ਕੀਤਾ। ਏਲੀਆ ਦੇ ਉੱਤੇ ਖੁਦਾ ਨੇ ਆਪਣੇ ਪੇਤ ਨੂੰ ਜ਼ਾਹਰ ਕੀਤਾ ਕਿ ਜਾ ਕੇ ਅਹਾਬ ਨੂੰ ਦੱਸ, ਅੱਜ ਵੀ ਅਗਰ ਸੱਚੀ ਇਬਾਦਤ ਕਰੋਗੇ ਤੇਰਾ ਖੁਦਾ ਉੱਤਰ ਕੇ ਆ ਕੇ ਤੇਰੇ ਨਾਲ ਗੱਲ ਕਰਨੀ ਚਾਹੁੰਦਾ ਹੈ, ਗੱਲ ਕਰੇਗਾ ਤੇਰੇ ਨਾਲ। ਇਹ ਬਾਈਬਲ ਦੀ ਗੱਲ। ਜਿਹੜੇ ਸਹੀ ਰੀਤ ਨਾਲ ਆਤਮਾ ਦੇ ਪ੍ਰੇਰਿਤ ਕਰੋਗੇ, ਖੁਦਾ ਆਪਣੀਆਂ ਗੱਲਾਂ ਨੂੰ ਤੇਰੇ ਤੇ ਪ੍ਰਗਟ ਕਰੇਗਾ। ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇਹ ਕਿਵੇਂ ਬਾਹਰ ਆਇਆ ਜਿਹਦਾ ਮੈਂ ਪ੍ਰਚਾਰ ਕਰ ਰਿਹਾ। ਇਹ ਵੀ ਬਾਹਰ ਆਇਆ। ਪੜ੍ਹੀ ਕੀ ਲਿਖਿਆ ਇਹਦੇ ਬਾਰੇ।
ਉਹਨੇ ਅੱਤ ਘਿਣਾਉਣਾ ਕੰਮ ਇਹ ਕੀਤਾ ਉਹਨੇ ਅੱਤ ਘਿਨਾਉਣਾ ਇੱਕ ਕੰਮ ਕੀਤਾ ਕਿ ਅਮੋਰੀਆਂ ਵਾਂਗੂ ਹਾਂ ਜਿਨ੍ਹਾਂ ਨੂੰ ਯਹੋਵਾ ਨੇ ਇਜ਼ਰਾਈਲੀਆਂ ਦੇ ਅੱਗਿਓਂ ਕੱਢ ਦਿੱਤਾ ਸੀ ਉਹਨਾਂ ਬੁੱਤਾਂ ਦੇ ਮਗਰ ਲੱਗ ਗਿਆ। ਔਰ ਤਾਂ ਇਉਂ ਹੋਇਆ ਕਿ ਜਦ ਅਹਾਬ ਨੇ ਇਹ ਗੱਲਾਂ ਸੁਣੀਆਂ ਤਾਂ ਆਪਣੇ ਲੀੜੇ ਪਾੜ ਲਏ ਅਤੇ ਆਪਣੇ ਸਰੀਰ ਉੱਤੇ ਤੱਪੜ ਜਿਲੇ ਪਾ ਕੇ ਪਤਾ ਵਰਤ ਲੱਗਾ ਕਿ ਰੱਖਿਆ। ਉੱਪਰੋਂ ਆਵਾਜ਼ ਪਰਮੇਸ਼ਰ ਦੀ ਇਹ ਕਹਿੰਦੀ ਮੈਂ ਹੁਣ ਸਭ ਫਿਨਿਸ਼ ਕਰ ਦੇਣਾ ਤੇਰਾ। ਇਹਨੇ ਕੀ ਕੀਤਾ? ਆਪਣੇ ਕੱਪੜੇ ਪਾੜੇ। ਇਹਦਾ ਫਾਸਟਿੰਗ ਪੀਰੀਅਡ ਦੇਖੀਏ। ਅੱਜ ਫਾਸਟਿੰਗ ਪੀਰੀਅਡ ਕਿਦਾਂ ਹੁੰਦਾ? ਜਿਵੇਂ ਸ਼ਾਦੀ ਤੇ ਜਾ ਰਹੇ ਨੇ, ਪਾਰਟੀ ਤੇ ਜਾ ਰਹੇ, ਮੇਰਾ ਵਰਤ ਆ। ਇਹ ਆਪਣੇ ਕੱਪੜੇ ਪਾੜ ਰਿਹਾ ਹੈ, ਬਾਈਬਲ ਦੇ ਮੁਤਾਬਕ ਵਰਤ ਰੱਖਿਆ, ਆਪਣੇ ਕੱਪੜੇ ਸ਼ਾਹੀ ਲਿਬਾਸ ਲਾਤਾ ਆਪਣਾ ਵਰਤ ਰੱਖਣ ਲਈ, ਰਾਜਿਆਂ ਵਾਲਾ ਲਿਬਾ ਕੇ ਉਸ ਕੱਪੜੇ ਵਿੱਚ ਆਇਆ ਜਿਹਨੂੰ ਖੁਦਾ ਨੂੰ ਇਹ ਗੱਲ ਲੱਗੇ ਕਿ ਇਹਨੇ ਆਪਣੇ ਆਪ ਨੂੰ ਇਹਨਾਂ ਡਾਊਨ ਕਰ ਲਿਆ ਹੈ। ਸ਼ਾਹੀ ਲਿਬਾਸ ਦਾ ਮਤਲਬ ਦੂਜਿਆਂ ਨਾਲੋਂ ਅੱਪਰ ਨਹੀਂ ਦਿਖਾਇਆ ਕਿ ਮੈਂ ਬਹੁਤ ਹਾਈ ਲੈਵਲ ਦਾ ਆਦਮੀ ਹਾਂ। ਉਹਨੂੰ ਪਤਾ ਜੇ ਮੈਂ ਇੱਦਾਂ ਜਾਊਂਗਾ ਤੇ ਖੁਦਾ ਨੂੰ ਪਸੰਦ ਨਹੀਂ ਆਏਗਾ। ਖੁਦਾ ਨੂੰ ਕਿਹੜੀ ਗੱਲ ਪਸੰਦ ਆਏਗੀ? ਜੇ ਮੈਂ ਉਹਦੇ ਸਾਹਮਣੇ ਸਮਰਪਿਤ ਕਰਕੇ ਜਾਊਂਗਾ, ਡਾਊਨ ਕਰਕੇ ਜਾਊਂਗਾ, ਤੇ ਖੁਦਾ ਨੂੰ ਇਹ ਗੱਲ ਚੰਗੀ ਲੱਗੇਗੀ, ਪਰਮੇਸ਼ਰ ਨੂੰ। ਔਰ ਕੀ ਲਿਖਿਆ? ਅਤੇ ਤੱਪੜ ਵਿੱਚ ਹੀ ਲੇਟਣ। ਇਹ ਦੇਖੀਏ, ਇਹਨੇ ਉਹ ਕੱਪੜੇ ਤੱਪੜ, ਪਤਾ ਕਿ ਪਿੰਡਾਂ ਦੇ ਲੋਕ ਇਹਨਾਂ ਦਿਨਾਂ ਸਰਦੀਆਂ ਦੇ ਅੰਦਰ ਪਸ਼ੂਆਂ ਦੇ ਉੱਪਰ ਕੀ ਪਾਉਂਦੇ ਆ? ਬੋਲੋ ਕੀ ਪਾਉਂਦੇ? ਜਿਨ੍ਹਾਂ ਕੋ ਪਸ਼ੂ ਉੱਤੇ ਨੂੰ ਕਹਿੰਦੇ ਬੋਰੀ ਦੇ ਤੱਪੜ ਪਾ ਕੇ ਰੱਖਦੇ ਸਰਦੀ ਨਾ ਲੱਗੇ, ਤੱਪੜ ਪਾਉਂਦੇ। ਆਪਣਾ ਸ਼ਾਹੀ ਲਿਬਾਸ ਲਾਤਾ, ਪਸ਼ੂਆਂ ਵਾਲਾ ਜਿਹੜਾ ਤੱਪੜ ਹੁੰਦਾ ਉਹਨੂੰ ਤੱਪੜ ਕਹਿੰਦੇ ਪੰਜਾਬੀ 'ਚ, ਉਹ ਲਪੇਟ ਕੇ ਵਰਤ ਰੱਖਿਆ। ਇਹੋ ਜਿਹਾ ਵਰਤ ਕਿਵੇਂ ਜਵਾਬ ਨਹੀਂ ਲੈ ਕੇ ਆਏਗਾ? ਇਸੇ ਕਰਕੇ ਜਵਾਬ ਨਹੀਂ ਬਹੁਤੇ ਲੋਕਾਂ ਦੇ ਉਹਨਾਂ ਨੇ ਦੀਨ ਕਰਕੇ ਨੇ। ਉਹ ਤਾਂ ਬੜੇ 11, 12, 1 ਵਜੇ 2 ਵਜੇ ਆਏ ਆ, ਬੜੇ ਐਸ਼ ਪ੍ਰਸਤੀ ਨਾਲ ਆਏ ਆ। ਕਿੱਥੇ ਤੇਰਾ ਵਰਤ? ਕਿੱਥੇ ਤੇਰੀ ਦੁਆ ਸੁਣੀ ਜਾਏਗੀ? ਤੇਰਾ ਤਾਂ ਟਾਈਮ ਵੀ ਨਹੀਂ ਆਉਣਾ। ਮੇਰਾ ਅੱਜ ਰੋਜ਼ਾ ਮੈਂ ਆਪਣੀ ਮਰਜ਼ੀ ਨਾਲ ਆਪਣੇ ਕੰਮ ਕੂਮ ਮੁਕਾ ਕੇ ਆਇਆ। ਜੀ ਸ਼ਾਇਆ ਨੇ ਗਿਲਾ ਕੀਤਾ, ਕਹਿੰਦਾ ਤੁਸੀਂ ਵਰਤ ਵੀ ਰੱਖਿਆ ਤੇ ਆਪਣੇ ਕੰਮ ਵੀ ਨਾਲੇ ਖਿੱਚੀ ਫਿਰਦੇ ਹੋ। ਇਹੋ ਜਿਹਾ ਕਿਆ ਵਰਤ ਤੇਰਾ ਪਰਮੇਸ਼ਵਰ ਪਸੰਦ ਕਰੇਗਾ? ਜਿਲੇ ਨੇ ਦੇਖਿਆ ਪਾਪ ਹੋ ਗਿਆ, ਇਹਨੇ ਵੇਖਿਆ, ਬਾਈਬਲ ਕਹਿੰਦੀ ਇਹਦੀ ਵਾਈਫ ਨੇ ਤੱਪੜ ਨਹੀਂ ਪਾਏ, ਉਹ ਮਰ ਗਈ, ਲੇਕਿਨ ਲਿਖਿਆ ਆਹਾਬ ਤੱਪੜ ਵਿੱਚ ਆ ਗਿਆ। ਆਪਣੇ ਉਹ ਕੱਪੜੇ ਜਿਹੜੇ ਕਮੰਡੀ ਕੱਪੜੇ, ਦੂਜਿਆਂ ਨੂੰ ਦਿਖਾਉਣ ਵਾਲੇ ਵਸਤਰ ਕਿ ਅਸੀਂ ਇਹ ਪਾਉਂਦੇ ਆ, ਬਹੁਤ ਲੋਕਾਂ ਨੂੰ ਹੁੰਦਾ ਸ਼ੌਂਕ ਹੈ, ਹਾਂਜੀ ਬਹੁਤ ਹੁੰਦਾ। ਜਦੋਂ ਤੂੰ ਫਾਸਟ ਰੱਖੇ, ਆਪਣੇ ਆਪ ਨੂੰ ਸਮਰਪਿਤ ਕਰਕੇ ਆ ਪ੍ਰਭੂ ਦੇ ਸਾਹਮਣੇ, ਬਾਈਬਲ ਕਹਿੰਦੀ। ਔਰ ਇਹਨੇ ਇਹ ਕੀਤਾ। ਔਰ ਕੀ ਲਿਖਿਆ? ਅਤੇ ਹੌਲੀ ਹੌਲੀ ਚੱਲਣ ਲੱਗਾ। ਡਰ ਗਿਆ, ਪੈਰਾਂ ਚੋਂ ਜਾਨ ਨਿਕਲ ਗਈ ਕਿ ਹੁਣ ਖਤਮ ਹੋ ਜਾਣਾ। ਹੌਲੀ ਹੌਲੀ ਚੱਲ ਲੱਗਾ। ਤਾਂ ਯਹੋਵਾ ਦਾ ਵਚਨ ਏਲੀਆ ਤਿਸ਼ਬੀ ਨੂੰ ਆਇਆ। ਪਰਮੇਸ਼ਰ ਦਾ ਵਚਨ ਏਲੀਆ ਨੂੰ, ਨਬੀ ਨੂੰ ਆਇਆ ਕਿ ਤੂੰ ਵੇਖਦਾ ਹੈ ਤੂੰ ਕੀ ਵੇਖਦਾ? ਕਿ ਆਹਾਬ ਨੇ ਮੇਰੇ ਸਾਹਮਣੇ ਆਪ ਨੂੰ ਅਧੀਨ ਕੀਤਾ ਹੈ, ਆਪਣੇ ਆਪ ਨੂੰ ਅਧੀਨ ਕਰ ਲਿਆ। ਔਰ ਇਸ ਲਈ ਕਿ ਉਹਨੇ ਆਪ ਨੂੰ ਮੇਰੇ ਸਨਮੁਖ ਅਧੀਨ ਕੀਤਾ ਹੈ, ਹਾਂ, ਮੈਂ ਉਹਦੇ ਦਿਨਾਂ ਵਿੱਚ ਇਹ ਬੁਰੀਆਈ ਨਾ ਲਿਆਵਾਂਗਾ। ਖੁਦਾ ਦਾ ਇਰਾਦਾ ਚੇਂਜ ਕਰ ਦੇਗਾ ਤੇਰਾ ਵਰਤ। ਜੇ ਮੌਤ ਵੀ ਹੈ ਨਾ ਆਈ ਆ, ਤੇ ਤੇਰਾ ਵਰਤ ਉਹਦੇ ਕਲਾਮ ਦੇ ਮੁਤਾਬਕ ਮੌਤ ਵੀ ਚਲੀ ਜਾਏਗੀ। ਤੇਰਾ ਕੈਂਸਰ ਕਿਉਂ ਨਾ ਹੋਵੇ, ਏਡਸ ਕਿਉਂ ਨਾ ਹੋਵੇ, ਕਰੋਨਾ ਕਿਉਂ ਨਾ ਹੋਵੇ, ਜੇ ਦੀਨ ਨਮਰ ਹੋ ਕੇ ਮੇਰੀ ਪ੍ਰਜਾ, ਇਤਿਹਾਸ 'ਚ ਲਿਖਿਆ 7 ਅਧਿਆਇ ਵਿੱਚ, ਪ੍ਰਾਰਥਨਾ ਕਰੇ ਤੇ ਤੇਰਾ ਖੁਦਾ ਸਭ ਕੁਝ ਕੀ ਕਰ ਦੇਗਾ? ਬਦਲ ਦੇਵੇਗਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਪਾਪ ਹੋਇਆ, ਲੇਕਿਨ ਦਾ ਫਾਸਟਿੰਗ ਨੂੰ ਦੇਖੇ ਕਿਹੋ ਜਿਹਾ ਹੈ। ਬੜੇ ਸੰਜੀਦਗੀ ਨਾਲ ਉਹ ਕੰਮ ਕੀਤੇ ਜਿਹੜਾ ਖੁਦਾ ਨੂੰ ਪਸੰਦ ਹੋਵੇ। ਤੁਸੀਂ ਕਿਹੜਾ ਫਾਸਟ ਰੱਖਿਆ? ਕਹਿੰਦੇ ਮੈਂ ਵਰਤ ਰੱਖ ਕੇ ਦੁਆ ਵੀ ਕਰਦੇ ਆ, ਕਿਤੇ ਆਹਾ ਮੰਗੂ ਤੈਨੂੰ ਸੁਰਤ ਆ ਜਾਏ। ਤੇ ਜਿਹੜੇ ਵਸਤਰ ਤੂੰ ਚਾਹੁੰਦਾ, ਹਾਂਜੀ, ਉਹ ਤੇਰੇ ਸ਼ਾਹੀ ਜਿਹੜੇ ਮਹਿੰਗੇ ਉਹ ਲਾ ਕੇ ਤੂੰ ਵਰਤ ਖੁਦਾ ਦੇ ਸਾਹਮਣੇ ਡਿੱਗ ਜਾਵੇਂ ਕਿ ਪ੍ਰਭੂ ਇਹਨਾਂ ਦੀ ਵੈਲਿਊ ਤੇਰੇ ਸਾਹਮਣੇ ਕੁਝ ਵੀ ਨਹੀਂ ਆ। ਬਹੁਤ ਲੋਕਾਂ ਚਰਚ ਜਿਹੜੇ ਸਮਾਨ ਚ ਅੱਛੇ ਅੱਛੇ ਵਸਤਰ ਪਾ ਕੇ ਲੋਕ ਜਾਣਾ। ਮੈਂ ਕਹਿੰਦਾ ਨਹੀਂ ਕਿ ਅੱਛੇ ਵਸਤਰ ਨਹੀਂ ਪਾਉਣੇ ਚਾਹੀਦੇ, ਹੋਣੇ ਚਾਹੀਦੇ, ਦੂਜਿਆਂ ਨੂੰ ਅੱਛੇ ਹੋਣੇ ਚਾਹੀਦੇ। ਮੈਂ ਕਹਿੰਦਾ ਅੱਛੇ ਹੋਣੇ ਚਾਹੀਦੇ, ਦਿਖਣੇ ਚਾਹੀਦੇ, ਬਹੁਤ ਅੱਛੇ ਧੋ ਕੇ ਫਰੈਸ਼ ਹੋ ਕੇ ਸਾਨੂੰ ਚਰਚ ਆਉਣਾ ਚਾਹੀਦਾ, ਨਾ ਧੋ ਕੇ ਅੱਛੇ ਵਸਤਰ ਚ। ਪਰ ਗੱਲ ਹੈ ਕਿ ਤੇਰੇ ਵਸਤਰਾਂ 'ਚੋਂ ਬਦਬੂ ਨਾ ਹੋਵੇ ਘਮੰਡ ਦੀ, ਕਿ ਤੂੰ ਦੂਜਿਆਂ ਨੂੰ ਪੇਸ਼ ਕਰਨ ਵਾਸਤੇ ਆਪਣੇ ਆਪ ਨੂੰ ਦਿਖਾਉਣਾ ਚਾਹੁੰਦਾ ਹੋਵੇ। ਲੇਕਿਨ ਇਹਦਾ ਫਾਸਟਿੰਗ ਪੀਰੀਅਡ ਜਿਹੜਾ ਆ, ਉਹ ਬੜਾ ਹੀ ਬਹੁਤ ਹੀ ਜ਼ਿਆਦਾ ਮਤਲਬ ਕਿ ਦੀਨ ਟਾਈਪ ਵਿੱਚ ਲੈ ਕੇ ਉਹਨੂੰ ਜਾਣ ਵਾਲਾ। ਉਹਨੇ ਰਾਜੇ ਨੇ ਆਪਣੇ ਸ਼ਾਹੀ ਲਿਬਾਸ ਲਿਆ। ਜਿਹੜੇ ਤੁਸੀਂ ਯੂਨਾ ਨਬੀ ਦੇ ਬਾਰੇ ਪੜ੍ਹਦੇ ਹੋ, ਉਹਦੀ ਇੱਕ ਲਾਈਨ ਔਰ ਪੜ੍ਹਾਂਗੇ, ਉੱਥੇ ਵੀ ਆਪਾਂ ਇੱਕ ਮੈਂ ਟੱਚ ਕਰਨਾ ਚਾਹੁੰਦਾ ਕਿ ਇਹੋ ਜਿਹਾ ਵਰਤ ਖੁਦਾ ਪਸੰਦ ਕਰੇਗਾ। ਪੜ੍ਹੀਏ ਉਹਨੇ ਕੀ ਕੀਤਾ।
फिर खुदा की करेगा जिन्हें तेरा वर्त इदां दा होवेगा, तेरे घर विच, तेरे शहर विच, तेरे तो उतरेगा उहदा जलाल। बाइबल इदां कहंदी है। पढ़िए यूना दे बारे दा लिखिया, तुसीं इहदी 6 पढ़ियो, 3 चैप्टर दी 6। ਇਹ ਖਬਰ ਨੀਨਵਾ ਦੇ ਪਾਤਸ਼ਾਹ ਨੂੰ ਅੱਪੜ ਪਈ। जिले एक खबर निरमा के पातशाह नूं अपनी राजा नूं गई कि यह निरमा खत्म हो जा रहा है। योना ने आके कहा, मैनू परमेश्वर ने कहा, यूना ने कहा कि ये देश के उत्ते तबाही आ रही, खुदा दा क्रोध तुहाडे पाप दे करके आ रहा तुहाडे देश उत्ते। और फिर ਤਾਂ ਉਹ ਆਪਣੀ ਰਾਜਗੱਦੀ ਉੱਤੋਂ ਉੱਠਿਆ, अपनी राजगद्दी तो उठा, ਆਪਣਾ ਸ਼ਾਹੀ ਜੁੱਬਾ ਲਾ अपना शाही लिबास इन्हें भी गिरा दिता, ਅਤੇ ਤੱਪੜ ਪਾ ਕੇ ਰਾਖ ਵਿੱਚ ਬੈਠ ਗਿਆ। तप्पड़ पाके राख विच राजा बह गया। और ਤਾਂ ਉਸਨੇ ਹੋਕਾ ਦਿੱਤਾ उन्हें होका दिता, ਅਤੇ ਨੀਨਵਾ ਵਿੱਚ ਪ੍ਰਚਾਰ ਕੀਤਾ, निनवा दे प्रचार किया, ਪਾਤਸ਼ਾਹ ਅਤੇ ਉਹਦੇ ਸਰਦਾਰਾਂ ਦਾ ਫਰਮਾਨ, बादशाह ते सरदारां दा प्रमाण, ਨਾ ਆਦਮੀ ਨਾ ਪਸ਼ੂ ना आदमी ना पशु, ਨਾ ਵਗ ਨਾ ਇੱਜੜ ना वग ना इज्जत, ਕੁਝ ਚੱਖਣਗੇ, कुछ नहीं चखणगे, ਉਹ ਨਾ ਖਾਣ ਨਾ ਪੀਣ, ना खान ना पीणगे। ਪਰ ਆਦਮੀ ਅਰ ਪਸ਼ੂ हाँ, ਤੱਪੜਾਂ ਨਾਲ ਢਕੇ ਹੋਏ ਹੋਣ। यह है फास्टिंग प्रेयर। शाही लिबास कमंडी लिबास लाता, जिहदे नाल लोग सलाम करदे कि राजा आ रहा है। वो कहंदा अज मैं राजा नहीं, अज नहीं राजा, अज मैं एक नौकर बन के परमेश्वर का सर्वेंट बन के मैं अज उतरिया, अपनी शाही गदुत्तर नीचे आया। वो कपड़े नहीं भी पाए ਜਿਹੜੇ ਪਸ਼ੂਆਂ ਵਾਲੇ ਸੀ। बाइबल कहती निरमा शहर बच गया। पढ़िए की लिखिया, ਅਤੇ ਪਰਮੇਸ਼ਰ ਦੇ ਅੱਗੇ ਜ਼ੋਰ ਲਾ ਕੇ ਤਰਲੇ ਕਰਨ। यह है रोजा तेरा प्रार्थना। सुनिए ख्याल ना, रोजा वर्त रखने वाले हो, वर्त रख के जोर ला के तरले करते, तरले। इन्होंने लोगों ने फास्टिंग प्रे किया, तप्पड़ पा के। और फिर की लिखिया, ਸਭ ਕੋਈ ਆਪੋ ਆਪਣੇ ਭੈੜੇ ਰਾਹ ਤੋਂ ਅਤੇ ਆਪੋ ਆਪਣੇ ਜ਼ੁਲਮ ਤੋਂ ਜੋ ਉਹ ਕਰ ਰਹੇ ਹਨ ਮੂੰਹ ਮੋੜ। मेरा वर्त रखना कि तुसी अपने भैड़े राह तो मुड़दे हो वर्त रख के। राह उही आ, सिर्फ देही विच एक वर्त आ शरीर दे विच। वर्त दे नाल नाल फास्टिंग प्रे दे नाल अपने भैड़े राह तो भी प्रायश्चित करना है। प्रभु आंदे गुट्टे कहना मैं पिछले समय तेरे नाल सही नहीं रहा, उसदे लई मैं प्रायश्चित करदा, मैनूं क्षमा कर। बिना प्रायश्चित कीते तेरा वर्त जवाब नहीं आएगा। ਇਹੋ ਜਿਹੇ सिस्टम ਵਿੱਚ जाओगे जिवें ਇਹ राजे उत्तर रहन, सारा कमंड सारी खुदी अपने चो कढ़ के वर्त रखना है, तो फिर तेरा जवाब आएगा। फिर आवाज सुनोगे तुसी परमेश्वर की। एक गल याद रखना, उसकी आवाज इन्नी अच्छी आवाज आ, जिले अंदर आके बोलता ना, अंदर यह जो उछल के खड़ा हो जाता, अलग आनंद होता अंदर। मैं बहुत बार इस आनंद नूं चखिया है। जिले परमेश्वर गल करदा उसले आनंद एक वखरा हुंदा। ते बाइबल का दूसरा रूप यह आ, जिले खुदा गल करदा उले तेरे चेहरे का रूप भी तब्दील नजर आएगा, तेरे चेहरे ते एक अलग जलाल होगा। पता क्यों? फास्टिंग प्रेयर दे विच मैं बहुते लोगों ने देखो आत्मा दे विच खुदा ना एक हो गए, जिवें आसमान ते चले गए, खुदा ना गल्लां कीतियां कई करने। मेरे भैन भराओ, ये अहाब ने जिले वर्त रखा तो एलिया नूं क्या देख, इन्हें अपने आप को कितना दीन कर लिया। वर्त रखना अपने आप को सरेंडर करना, दीन करना। बहुते लोग वर्त ही वर्त रह गया है, दीन काम कोई नहीं तब्दील किया, सिर्फ वर्त्या। इसे करके जवाब नहीं आया बहुते लोगों को। ये मेरा चैलेंज आ। बाइबल में मैं तुहानूं और पढ़ा सकदा वर्त बारे। मेरे भैन भराओ बाइबल पढ़िए। एक जगह लिखा योशा किताब से, जब तक सूरज डुब ना जाए तब तक कोई चखना नहीं, चख नहीं सकता कोई भी। सही मैंने असी ठीक आ, शाम को फास्ट खोले दा जल्दी 4 बजे भी 5 बजे भी, लेकिन बाइबल का वर्त सूरज डुबन तो बाद ही खोलना है। जो फास्ट नहीं पड़ेगा कहता कोई चखे ना, कुछ भी ना चखे। यूना जड़ा जोनाथन सी, बाइबल कहती उन्हें एक शहद खा लिया, उन्होंने पता नहीं सी, हुक्म दी लगना हो गई। बाइबल कहती क्रोध आ गया, उहदे डैडी नूं गुस्सा आया कि तू सारा सिस्टम खराब कर दिता।
पर लोगों ने मिहनत की नहीं, इनू पता नहीं सी कि अज वर्त की डोंडी पटवाई गई है। मेरे भैन भराओ, जिशाया कहता कैसा वर्त कबूल करेगा तेरा परमेश्वर। उत्थे जिशाया ने पूछ लिखा वर्त दियां विधियां कनू दसे, वर्त दे दिन अपने आप को खुदा दे समर्पित करना, जिमें अहाब ने किया। खून हो गया, डिग गया खुदा के सामने, उन्होंने पता हो गया पाप हो गया है। खुदा ने कहा जा एलिया इनू कहा मैं हुणे बुराई तेरे ते नहीं लैके आनी, जिले वर्त रखोगे तेरिया किन्नियां समस्या का समाधान हो जाएगा। और परमेश्वर जिले सही फास्टिंग करोगे, खुदा तेनू वर्त लंबे टायर की परीक्षा खुदा तेनू उठा के तेरी आत्मा च और जगह लै जाएगा। उन्हें तेरा वर्त की गल करते, बहुत लोगों ने मैं वर्त भी रखा, मैं बहुत लोगों के मैसेज सुनता रहना, मैं जवाब नहीं आना। जवाब वह आना जिहड़ा अपने शाही गलों छड्ड के खुदा के सामने डिगे। कपड़े ही नहीं कले, और भी बहुत सारिया गल्लां हैं, फूफ वालियां गल्लां, ये सारियां कढ़ के फिर वर्त रखोगे तो तेरा खुदा उतर के तेरे कमरे च आएगा। बहुत लोगों ने वेख्या उन्होंने परमेश्वर के कमरे च आया। मैं तो चाहना एक बार मेरे कमरे च भी यसू मसीह आए। बहुत साल पहले मैं अनमैरिड सी, मेरी शादी नहीं सी, बहुत प्रेयर च रहिंदा सी। मैं खुदा नू दुआ कर रहा सी, कई घंटे हो गए प्रेयर करते। किसी ने मैंने पूछा कि पादरी साहब मैं पुत्र आत्मा वास्ते दुआ चाहना है कि मैनू पाखरू मिल जाए। यकीन मानते हो, ये गल सच्ची है, बहुत पुरानी गल है। मैं दुआ कर रहा सी तो मेरे एकदम मेरे सामने प्रभु यीशु मसीह आ गए। ये बहुत पुरानी गल है। तो मैं मेरी अखां नहीं सी खोलदियां, तो मैं इंग्लिश च प्रेयर कर रहा सी। मैनू अंग्रेजी नहीं इन्नी आती, लेकिन मैनू पता मेरे अंदरों जी मेरी टंग सी इंग्लिश च मेरी बोलदियां पे सी भाषा जड़ियाँ अंग्रेजी च बोल रहा सी। तो वह करते करते जो उस व्यक्ति ने मैंने ये गल कही सी, मैं वो वास्ते दुआ कर रहा सी कि मैनू पुत्र आत्मा चाहिए। तो एक अल्फाज मैनू उसका अनुवाद होया, जिन्नी क मैनू आती सी उन्ना मैं समझा, किसी ने पूछा भी मैं उदा जाके उस तो बाद उत्थे मेरी इंग्लिश च एक लफ्ज़ चलिया रिपेंट अबाउट टर्न। हाँ जी, ये लफ्ज़ मेरे अंदर बार बार मेरे अंदरों मेरी इंग्लिश शब्द निकले। पहले मैं किन्नी अंग्रेजी च बोलता रहा, मैं उस तो बाद इस ते आके सुर टेक गई जिसने मैं उसकी दुआ की। फिर मैं समझता गया कि अबाउट टर्न का मतलब पिछे मुड़ना। मैनू रिपेंट के बारे नहीं सी पता उस समय। फिर मैं किसी ने पूछा, उन्हें कहा कि अपने गलों तो वापस मुड़ना है। तो फिर मैं उन्होंने कहा, उन्हें पश्चाताप किया उस व्यक्ति ने। बड़ी पुरानी गल आ, वो दुआ करके अपने घर चले, उन्हें घर जाके फिर प्रेयर की। जिले प्रेयर करती तो पवित्र आत्मा घरे उत्ते उतर आया, उन्हें पश्चाताप किया। मैं तुहानू करना कि अज भी तुहानू अपने पाप तो पश्चाताप करने की जरूरत है। प्रभु जे मैं अन्य भाषा च दुआ नहीं करना, शायद मेरे च कमियां आ। जे अन्य भाषा मैनू नहीं मिलता तो मेरे पाप तेरे सामने खरे आ, खड़े आ ते खरे आ। खरे का मतलब कि बिल्कुल साफ आ, तेनू पता है, जिदे करके मैं होली स्पिरिट तो बिना रह रहा। अज ये गल कहनी आ प्रभु नू कि मैं भी अज पश्चाताप नाल वापस जाना चाहना। कि ये गल कोई कहेगा? बाइबल की गल मैं कर रहा। बाइबल च लिखा जो को अपने पाप छुपांदा वो कभी कामयाब नहीं होंदा, जिहड़ा मन के छड़ दे उहदे ते तेरा खुदा रहम करेगा। ये मैं तुहानू साफ गल दसदा, मैं बहुत बार इंग्लिश च दुआ की अपनी लाइफ के अंदर। मेरे भैन भराओ, कहा जा अद्भुत परमेश्वर दुआ करेंगे। परमेश्वर अहाब के बारे अज मैनू बहुत अच्छा लगा कि खुदावन उन्हें जिले वर्त रखा तो उन्हें अपने शाही लिबास लाता। उसकी बीबी इजबल ने अच्छा जीवन नहीं बतीत किया। इजबल के काम अच्छे नहीं सी। बाइबल कहती इजबल जिहड़ी आ वो जनाकर दी आत्मा से उसदे अंदर, उन्हें कईयां नूं भरमाया, उन्हें कईयां नूं आकर्षित किया अपनी ओर। इस इजबल ने, क्या तुहाडे अंदर इजबल तो नहीं किसी के अंदर? क्या अपनी जांच करने की कहीं भी मैनू इजबल की आत्मा तो नहीं सताउंदी प्रेयर की किसी को कायल करने लई? क्या इजबल का आत्मा मेरे अंदर कभी वर्क तो नहीं करता? होली स्पिरिट छड़ के चला गया मैनू? परमेश्वर तुहाडे नाल गल कर रहा। तुसीं हर एक व्यक्ति परमेश्वर ना गल कर सकता और हर एक व्यक्ति ना परमेश्वर गल करनी चाहता। मेरे भैन भराओ,
मैंने बहुत अच्छा लगा कि 2-3 बार मैं किताब पढ़ी हिजकिय्याह प्रवचन दी, उससे बहुत अच्छा लिखा है, परमेश्वर मनुष्य की संगति के लिए तड़पता है। जिमें कोई मां ओदा बच्चा तो बिछड़ जाना गल करना चाहती है, जिमें कोई बाप ओदा बच्चा अलग हो जाए वो गल करना पसंद करेगा अपने बच्चे ना। तिवें हिजकिय्याह फ्रांसिस परमेश्वर संत ने लिखा अपनी किताब में, कहता परमेश्वर तेरे नाल गल करन नूं तरसदा है। प्रभु नूं कहिए, प्रभु मैं अपना दिल तेरे लिए खाली करता, अज मेरे दिल के अंदर जिन्नियां बुराइयां दूर कर खुदावन, मैं केवल तेरी आवाज को सुनना चाहना। केवल मैं तेरी आवाज को सुनना चाहना। प्रभु मेरे मियां बीवी के संबंध अच्छे हो जाए, ताकि दुष्टात्मा कदे सारे संबंध को खराब ना कर सके, क्योंकि तेरा कलाम कहता तुसी दो नहीं हुण एक हो तुसी। दूसरी गल कही, मुझे घृणा है, नफरत है, खुदा यहोवा ने कहा, जे तू अपनी बीवी को त्यागे था यह गल तेरे लिए किरोनी होगी, तो बाइबल कहती तू किस रीति मरेगा तू फिर। वशखतला बसरा बिला राह सलर वेनर सब खूरा मफिला रबा खला वेरा सला रा सला राह सला रबा वशदला विफिला रबा सला रबा वशला गुजला खुशला ला बाबा ये खेला शला बे दिल रिबाला बसला रबा दिला वैला वसीला रुशमा दुला रेबे सेले रिबाला ये बे खेला राहु सला रे खेरे बाफिला रबे बे रबी दिन मफिला दे रे बाला रसला रबे दिल रे बाला बशला रबा वे रमाफिर रहसा खला रबा दिला दिल तेरे विच आवागा मैं, दिल तेरे विच आवागा मैं, अपने नाल धोवांगा, खून अपने नाल धोवांगा, दिल तेरे विच आवागा मैं, दिल तेरे विच आवागा मैं, खून अपने नाल धोवांगा, खून अपने नाल धोवांगा। सुबह सुबह सवेरे सवेरे यसू दी आवाज़ मैनू कहंदी है, ओ मैनू कहंदी है, तू ना कदी तू ना कदी मैं तेरे सुबह सुबह सवेरे सवेरे यसू दी आवाज़ मैनू कहंदी है, हाय मैनू कहंदी है, अर्शा ते मैनू ले जांदा, अर्शा ते जनता दियो अर्शा ते मैनू ले जांदा, अर्शा ते मैनू ले जांदा, जनता दियो सैर करांदा, जनता दियो सैर करांदा, सुबह सुबह सवेरे सवेरे यसू दी आवाज़। आज परमेश्वर ने थोड़ा गल की अपने वचन विचों,
मैनू ए कहंदी ए तू ना कदी तू ना कदी घबरामी बंदिया तू ना कदी घबरामी बंदिया ओ महा तेरे नाल हो सुबह सवेरे सुबह सुबह सवेरे सवेरे यसु दी आवाज मैनू ए कहंदी ए होए मैनू ए कहंदी ए होए मैनू ए कहंदी थैंक यू पुत्रा ਉਹਦੀ ਆਵਾਜ਼ ਇਹੀ ਕਹਿੰਦੀ ਆ ਕਿ ਆਹਾਬ ਵਾਂਗੂ ਆਪਣੇ ਕਮੰਡ 'ਚ ਨਾ ਰਹਿ ਉਹਦੀ ਆਵਾਜ਼ ਇਹ ਕਹਿੰਦੀ ਆ ਜਿਲੇ ਤੂੰ ਆਪਣੇ ਆਪ ਦਾ ਇਨਕਾਰ ਕਰੇਂਗਾ ਨਾ ਤੇ ਮੈਂ ਤੇਰੇ ਅੰਦਰ ਆਉਂਗਾ ਤੇ ਨਾ ਖਾਣਾ ਖਾਊਂਗਾ ਬਾਈਬਲ ਇਹੀ ਕਹਿੰਦੀ ਹੈ ਪ੍ਰਕਾਸ਼ਿਤ ਵਾਕਿਆ 13 ਅਧਿਆਇ ਦੀ 20 ਚ ਲਿਖਿਆ ਦੇਖ ਮੈਂ ਤੇਰੇ ਦਿਲ ਦੇ ਦਰਵਾਜ਼ੇ ਤੇ ਖੜਾ ਖੜਕਾਉਣਾ ਆ ਜੇ ਤੂੰ ਅੰਦਰ ਆਉਣ ਲਈ ਮੈਨੂੰ ਜਗ੍ਹਾ ਦੇਂਗਾ ਮੈਂ ਤੇਰਾ ਪਰਮੇਸ਼ਰ ਤੇਰੇ ਇਸ ਘਰ ਵਿੱਚ ਜਿੱਥੇ ਤੂੰ ਚੱਲਦਾ ਫਿਰਦਾ ਇੱਥੇ ਆ ਕੇ ਨਿਵਾਸ ਕਰੂੰਗਾ तभी लिखा क्या तुम नहीं जानते तुम ही परमेश्वर का मंदिर हो और परमेश्वर का आत्मा तुम्हें वास करता है मेरे भैन भराओ अपना दिल खोलने के लिए तो उन्होंने रिसीव करना प्रभु मैं अपने दिल के अंदर तेन जगह देना है मेरे अंदर आ जिले परमेश्वर का पुत्र यीशु से अंदर रहेगा ते किसी दुष्शक्ति तेरे अंदर कोई काम नहीं रहेगा सब कुछ नया हो जाएगा